परम पिता परमात्मा साबण कृपाल ਦੇ ਚਰਨਾਂ ਵਿੱਚ ਨਮਸਕਾਰ ਹੈ। ਜਿਨ੍ਹਾਂ ਨੇ ਗਰੀਬ ਆਤਮਾ ਤੇ ਰਹਿਮ ਕੀਤਾ, ਆਪਦੀ ਭਗਤੀ ਦਾ ਦਾਨ ਦਿੱਤਾ ਹੈ, ਭਗਤੀ ਕਰਨ ਦਾ ਮੌਕਾ ਵੀ ਦਿੱਤਾ ਹੈ। ਇਹੀ ਅਰਦਾਸ ਹੈ ਉਹਨਾਂ ਦੇ ਚਰਨਾਂ ਵਿੱਚ ਕਿ ਪਰਮਾਤਮਾ ਕਿਰਪਾਲ ਸਾਨੂੰ ਤੂੰ ਨਿਰਮਲ ਬੁੱਧੀ ਦੇ, ਤਾਂ ਕਿ ਅਸੀਂ ਤੇਰੇ ਪਿਆਰ ਨੂੰ ਤੇਰੇ ਉਪਦੇਸ਼ ਨੂੰ ਸਮਝ ਸਕੀਏ। ਇਸ ਉਪਦੇਸ਼ ਨੂੰ ਜੋ ਤੂੰ ਸਾਡੀ ਆਤਮਾ ਨੂੰ ਪਿਆਰ ਦਿੱਤਾ ਹੈ, ਅੰਮ੍ਰਿਤ ਪਿਲਾਇਆ ਹੈ ਪਿਆਸੀ ਨੂੰ, ਅਸੀਂ ਆਪਦੇ ਗਲੇ ਤੋਂ ਨੀਚੇ ਵੀ ਉਤਾਰ ਸਕੀਏ। हे ਪ੍ਰਭੂ ਕਿਰਪਾਲ, ਤੂੰ ਹੀ ਕਰਨ ਕਾਰਨ ਹੈ, ਤੂੰ ਸਮਰੱਥ ਹੈ। ਤੂੰ ਸਾਨੂੰ ਆਪਦੀ ਸ਼ਰਨ ਵਿੱਚ ਰੱਖ, ਕਿਉਂਕਿ ਤੂੰ ਅੰਤਰਜਾਮੀ ਹੈ, ਸਾਡੇ ਦਿਲਾਂ ਨੂੰ ਅੱਛੀ ਤਰ੍ਹਾਂ ਤੂੰ ਜਾਣਦਾ ਹੈ। ਸਭ ਸੰਤ ਮਹਾਤਮਾ ਇਸ ਸੰਸਾਰ ਦੇ ਵਿੱਚ ਹਰ ਵਕਤ ਦੇ ਵਿੱਚ, ਹਰ ਟਾਈਮ ਦੇ ਵਿੱਚ ਆਉਂਦੇ ਰਹੇ। ਸਭ ਸਾਨੂੰ ਤਿੰਨ ਚਾਰ ਗੱਲਾਂ ਤੇ ਮੁਤਲਕ ਸਮਝਾਉਂਦੇ ਰਹੇ। ਸਭ ਤੋਂ ਪਹਿਲਾਂ ਤਾਂ ਇਹ ਕਿ ਜਿਸ ਸੰਸਾਰ ਵਿੱਚ ਆਪਾਂ ਆਏ ਹਾਂ, ਇਹ ਆਪਣਾ ਦੇਸ਼ ਨਹੀਂ, ਇੱਥੇ ਆਪਾਂ ਸਦਾ ਨਹੀਂ ਰਹਿਣਾ। ਸਭ ਸਾਨੂੰ ਦੱਸਦੇ ਆ ਕਿ ਮੁਸਾਫਰਾਂ ਦੀ ਤਰ੍ਹਾਂ ਇੱਥੇ ਆਪਾਂ ਆਏ ਹੋਏ ਹਾਂ। ਜਿਵੇਂ ਮੁਸਾਫਰ ਉਸ ਰਾਹ ਨੂੰ ਕਦੇ ਆਪਣਾ ਘਰ ਨਹੀਂ ਸਮਝਦਾ, ਆਪਣਾ ਉਸ ਦਾ ਕੋਈ ਦਾਵਾ ਨਹੀਂ ਹੁੰਦਾ ਗਾ, ਉਹਦੇ ਰਾਤ ਨੂੰ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸੁਬਾਹ ਚਲੇ ਜਾਣਾ ਹੈ। ਸਿਆਣੇ ਮੁਸਾਫਰ ਬਿਸਤਰੇ 'ਚ ਰੱਸੀ ਉਵੇਂ ਰੱਖਦੇ ਹੈ ਕਿ ਤੜਕੇ ਟਾਈਮ ਲੱਗੇਗਾ। ਮੈਂ ਉਦਾਸੀਆਂ ਦੇ ਵਿੱਚ ਕਾਫੀ ਟਾਈਮ ਰਿਹਾ ਹੈ, ਕਿਉਂਕਿ ਬਾਬਾ ਬਿਸ਼ਨ ਦਾਸ ਉਦਾਸੀਆਂ ਵਿੱਚ ਹੀ ਰਹੇ ਸਨ। ਉਹਨਾਂ ਦੇ ਵਿੱਚ ਇਹ ਕਾਇਦਾ ਹੁੰਦਾ ਸੀਗਾ, ਕਿਉਂਕਿ ਅੱਜ ਤਾਂ ਐਸੇ ਉਦਾਸੀ ਨਹੀਂ ਮਿਲਦੇਗੇ। ਉਸ ਵਕਤ ਵਿੱਚ ਜਿਸ ਦੀ ਮੈਂ ਦੱਸਦਾ ਹਾਂ, ਕਿਸੇ ਕੋਲ ਇੱਕ ਸ਼ਬਦ ਦਾ ਭੇਦ, ਕਿਸੇ ਕੋਲ ਦੋ ਸ਼ਬਦ ਦਾ ਭੇਦ ਹੁੰਦਾ ਸੀਗਾ। ਸਾਰੇ ਗਿੱਦੜ ਰੰਗੇ ਨਹੀਂ ਹੁੰਦੇ ਸੀ, ਉਹ ਆਪਣੀ ਕਮਾਈ ਕਰਦੇ ਸਨ। ਅਗਰ ਕਿਸੇ ਨੇ ਕੋਈ ਕਥਾ ਕਹਾਣੀ ਸੁਣਨੀ ਹੈ ਤਾਂ ਪਿਆਰ ਨਾਲ ਮੁਫਤੀ ਸੁਣਾਉਂਦੇ ਸਨ। ਉਹਨਾਂ ਦੇ ਕਾਇਦਾ ਹੁੰਦਾ ਸੀਗਾ ਕਿ ਦਿਨ ਛਿਪਦੇ ਨਾਲ ਜਿੱਥੇ ਕੋਈ ਡੇਰਾ ਹੈ ਉਦਾਸੀਆਂ ਦਾ, ਜਾਣਾ ਉੱਥੇ ਹੀ ਹੈ, ਉੱਥੇ ਉਹ ਜਾਂਦੇ ਸਨ। ਰਾਤ ਕੱਟਣੀ ਤਾਂ ਸੁਬਾਹ ਉਸ ਮਕਾਨ ਵਾਲੇ ਸਾਧੂ ਨੂੰ ਉਹਨਾਂ ਨੇ ਰਾਮ ਰਾਮ ਜਾਂ ਸਤ ਕਰਤਾਰ ਨਹੀਂ ਬੋਲਣਾ। ਸੁਬਾਹ ਉੱਠਣਾ ਹੈ, ਆਪਣੇ ਰਸਤੇ ਪੈ ਜਾਣਾ ਹੈ। ਕਿ ਆਪਣੇ ਆਪ ਨੂੰ ਮੁਸਾਫਰ ਸਮਝਦੇ ਸਨ। ਸੋ ਸੰਤ ਮਹਾਤਮਾ ਸਾਨੂੰ ਕਹਿੰਦੇ ਆ ਕਿ ਅਸੀਂ ਇੱਕ ਇੱਥੇ ਬਟਾਊ ਦੀ ਤਰ੍ਹਾਂ ਆਏ ਹੋਏ ਹਾਂ। ਜਿਸ ਤਰ੍ਹਾਂ ਕੋਈ ਪ੍ਰਾਹੁਣਾ ਕਿਸੇ ਘਰ ਵਿੱਚ ਆਵੇ, ਸਿਆਣਾ ਉਹਨੂੰ ਆਪਣਾ ਘਰ ਨਹੀਂ ਸਮਝਦਾ ਗਾ। ਬਹੁਤ ਸਾਰੇ ਤਾਂ ਸਾਨੂੰ ਐਸੇ ਮਿਲ ਜਾਂਦੇ ਹੈ ਜਿਹੜੇ ਕਹਿੰਦੇ ਆ ਮੈਨੂੰ ਪਰਾਏ ਘਰ 'ਚ ਨੀਂਦ ਨਹੀਂ ਆਈ। ਉਹਨਾਂ ਨੂੰ ਨੀਂਦ ਨਾ ਆਉਣ ਦਾ ਕਾਰਨ ਇਹੀ ਹੁੰਦਾ ਹੈ ਕਿ ਉਹਨੂੰ ਆਪਣਾ ਘਰ ਨਹੀਂ ਸਮਝਦੇਗੇ। ਉਹਨਾਂ ਨੂੰ ਉੱਥੇ ਉਹ ਸਹੂਲਤ ਨਹੀਂ ਮਿਲਦੀ ਕਿ ਜਿਹੜੀ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਮਿਲਦੀ ਹੁੰਦੀ ਹੈ। ਪਰ ਐਸੇ ਵਿਰਲੇ ਵਿਰਲੇ ਹੁੰਦੇ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਜਿਸ ਦੇਸ਼ ਦੇ ਵਿੱਚ ਆਉਂਦੇ ਹੈ, ਉਹ ਸਾਨੂੰ ਦੱਸਦੇ ਹੈ ਕਿ ਦੇਖੋ ਪਿਆਰਿਓ, ਤੁਸੀਂ ਇੱਕ ਰਾਤ ਦੇ ਪ੍ਰਾਹੁਣੇ ਦੀ ਤਰ੍ਹਾਂ ਜਾਂ ਰਾਤ ਦੇ ਮੁਸਾਫਰ ਦੀ ਤਰ੍ਹਾਂ ਇੱਥੇ ਆਏ ਹੋਏ ਹੋ। ਤੁਸੀਂ ਇਹਨੂੰ ਆਪਣਾ ਘਰ ਨਾ ਸਮਝੋ। ਅਗਰ ਤੁਸੀਂ ਇੱਥੇ ਕੋਈ ਦਾਅਵਾ ਜਤਾਓਗੇ ਕਿ ਸਾਡਾ ਹੈ, ਤਾਂ ਤੁਹਾਨੂੰ ਕੰਨੋਂ ਫੜ ਕੇ ਫਿਰ ਵੀ ਲਿਜਾਣ ਵਾਲੇ ਲੈ ਜਾਣਗੇ ਔਰ ਉਠਾ ਦੇਣਗੇ।
ਐ ਸੰਸਾਰ ਦੇ ਵਿੱਚ ਗੁਰੂ ਨਾਨਕ ਕਹਿੰਦੇ ਰਾਜਾ ਵੀ ਕੂੜ ਹੈ, ਕਿਉਂਕਿ ਉਹਨੇ ਵੀ ਚਲੇ ਜਾਣਾ ਹੈ। ਪ੍ਰਜਾ ਵੀ ਕੂੜ ਹੈ, ਉਹਨੇ ਵੀ ਨਹੀਂ ਰਹਿਣਾ। ਜੋ ਅੱਖਾਂ ਨਾਲ ਦਿਸਦਾ ਸੰਸਾਰ ਇਹ ਵੀ ਕੂੜ ਹੈ। ਸੋਨਾ ਚਾਂਦੀ ਜੋ ਕੁਝ ਵੀ ਅਸੀਂ ਇਕੱਠੀ ਕਰ ਰਹੇ ਹਾਂ ਇਹ ਵੀ ਸਭ ਕੂੜ ਹੈ। ਜੋ ਅਸੀਂ ਪੁੱਤਰਾਂ ਧੀਆਂ ਦਾ ਪਿਆਰ ਕਰਦੇ ਹਾਂ ਕਿ ਸ਼ਾਇਦ ਸਾਡੇ ਸਹਾਇਕ ਹੋਣਗੇ, ਉਹ ਵੀ ਕੂੜ ਹੈ। ਪਤੀ ਪਤਨੀ ਦਾ ਜੋ ਰਿਸ਼ਤਾ ਹੈ ਇਹ ਵੀ ਇੱਕ ਆਰਜੀ ਹੈ ਔਰ ਕੂੜ ਹੈ, ਫਰਜੀ ਹੈ। ਕੁਝ ਦਿਨਾਂ ਬਾਅਦ ਜਾਂ ਪਤਨੀ ਨੇ ਛੱਡ ਜਾਣਾ ਹੈ ਪਤੀ ਨੂੰ, ਤੇ ਜਾਂ ਪਤੀ ਪਤਨੀ ਨੂੰ ਛੱਡ ਕੇ ਤੁਰ ਜਾਂਦਾ ਹੈ। ਕਿਸੇ ਥਾਂ ਪਤਨੀਆਂ ਵਿਲਕਦੀਆਂ ਫਿਰਦੀਆਂ ਹਨ ਤੇ ਕਿਸੇ ਥਾਂ ਪਤੀ ਵਿਲਕਦੇ ਫਿਰਦੇ ਹੈ। ਅੰਤ ਵੇਲੇ ਕੋਈ ਕਿਸੇ ਦੇ ਨਾਲ ਤੁਰਦਾ ਨਹੀਂ। ਗੁਰੂ ਨਾਨਕ ਦੇਵ ਕਹਿੰਦੇ ਆ ਕੂੜੇ ਕੂੜੀ ਨਿਉ ਲੱਗਾ। ਹੁਣ ਕੂੜ ਦਾ ਕੂੜ ਦੇ ਨਾਲ ਪਿਆਰ ਲੱਗਿਆ ਹੈ ਤੇ ਵਿਸਰਿਆ ਕਰਤਾਰ। ਜਿਸ ਨਾਮ ਨੇ ਸਾਡੀ ਰੱਖਿਆ ਕਰਨੀ ਸੀ ਉਹਨੂੰ ਅਸੀਂ ਭੁਲਾ ਦਿੱਤਾ ਹੈ। ਤੋ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਗੌਰ ਨਾਲ ਸੁਣੋ, ਸੁਣਨ ਵਾਲਾ ਹੈ। ਤੁਹਾਡੇ ਅੱਗੇ ਛੋਟੇ ਛੋਟੇ ਦੋ ਸ਼ਬਦ ਰੱਖੇ ਜਾਣਗੇ। ਇੱਕ ਚਰਨ ਸਿੰਘ ਜੀ ਚਰਨਦਾਸ ਜੀ ਮਹਾਰਾਜ ਦਾ ਹੈ ਔਰ ਇੱਕ ਗੁਰੂ ਅਰਜਨ ਦੇਵ ਦਾ ਹੈ। ਸੁਣੋ। ਸ਼੍ਰੀ ਰਾਗ ਮਹੱਲਾ ਪੰਜਵਾਂ, ਪੰਨਾ ਨੰਬਰ 43। ਕੜੀ ਮੋਤ ਕਾ ਪਾਉਣਾ, ਕਾਜ ਸਵਾਰਨ ਹਾਰ। ਕੜੀ ਮੋਤ ਕਾ ਪਾਉਣਾ, ਕਾਜ ਸਵਾਰਨ ਹਾਰ। ਇਨਸਾਨ ਦਾ ਜਾਮਾ ਸਭ ਸੰਤ ਕਹਿੰਦੇ ਹੈ ਕਿ ਤੁਹਾਨੂੰ ਇੱਕ ਮੌਕਾ ਦਿੱਤਾ ਹੈ, ਕਿਉਂਕਿ ਜੋ ਕੰਮ ਆਪਾਂ ਪਸ਼ੂ ਪੰਛੀਆਂ ਦੇ ਜਾਮੇ ਵਿੱਚ ਨਹੀਂ ਕਰ ਸਕਦੇਗੇ ਉਹ ਹੈ ਪਰਮਾਤਮਾ ਦੀ ਭਗਤੀ, ਪਰਮਾਤਮਾ ਨਾਲ ਮਿਲਾਪ। ਦੁੱਖ ਸੁੱਖ ਹਰ ਜਾਮੇ ਵਿੱਚ ਆਪਾਂ ਭੋਗਦੇ ਹਾਂ। ਇਹ ਮੇਰੀ ਅੱਖੀਂ ਡਿੱਠੀ ਵਾਰਤਾ ਹੈ। ਕੁੱਤਿਆਂ ਵਾਸਤੇ ਮੈਂ ਕਈ ਰਾਜਿਆਂ ਦੇ ਕੁੱਤੇ ਰੱਖੇ ਦੇਖੇ। ਐਸੇ ਮਹਲ ਇਨਸਾਨਾਂ ਨੂੰ ਨਹੀਂ ਮਿਲਦੇਗੇ ਜੈਸੇ ਕੁੱਤਿਆਂ ਨੂੰ ਮਿਲਦੇ ਹੈ। ਐਸਾ ਇਨਸਾਨਾ ਖਾਣਾ ਇਨਸਾਨਾਂ ਦੇ ਨਸੀਬ ਨਹੀਂ ਜੈਸਾ ਕੁੱਤਿਆਂ ਨੂੰ ਮਿਲਦਾ ਹੈ, ਕਿਉਂਕਿ ਉਹਨਾਂ ਨੇ ਨੇਕ ਕਰਮ ਕੀਤੇ। ਵਿੱਚ ਕੋਈ ਬੁਰਾ ਕਰਮ ਹੋਇਆ ਉਹਨਾਂ ਨੂੰ ਕੁੱਤੇ ਦੀ ਜੂਨ ਮਿਲੀ। ਲੇਕਿਨ ਜਿਹੜਾ ਨੇਕ ਕਰਮ ਦਾ ਇਨਾਮ ਹੈ ਉਹ ਐਸ਼ ਇਸ਼ਰਤਾਂ ਉਹਨਾਂ ਨੂੰ ਮਿਲ ਗਈਆਂ। ਉੱਤੇ ਨੌਕਰ ਚਾਕਰ ਕੰਮ ਕਰਨ ਵਾਲੇ ਲੱਗ ਗਏ। ਇਸੇ ਤਰ੍ਹਾਂ ਉਹ ਵੀ ਕੁੱਤੇ ਦੇਖੀਦੇ ਹੈ ਕਿ ਜਿਨ੍ਹਾਂ ਨੂੰ ਖਾਣ ਨੂੰ ਮੈਲਾ ਨਹੀਂ ਮਿਲਦਾਗਾ, ਜਿਸ ਘਰ ਜਾਂਦੇ ਆ ਡੰਡੇ ਪੈਂਦੇ ਹੈ। ਕਿਉਂ ਹਾਲਤ ਹੈ? ਕਬੀਰ ਸਾਹਿਬ ਕਹਿੰਦੇ ਹੈ ਕਬੀਰਾ ਹਰ ਦੀ ਭਗਤੀ ਬਿਨ ਰਾਜਾ ਗਧਾ ਹੋਏ। ਭਾਵੇਂ ਉਹ ਰਾਜਾ ਹੈ। ਮਾਟੀ ਲੱਦੇ ਕਮਾਰ ਕੀ ਤੇ ਘਾਸ ਨਾ ਡਾਰੇ ਕੋਈ। ਕੋਈ ਜ਼ਰੂਰੀ ਨਹੀਂ ਕਿ ਉਹ ਰਾਜਾ ਰਾਜੇ ਦੀ ਜੂਨ ਵਿੱਚ ਜਾਏਗਾ ਜਾਂ ਉਹਦਾ ਹੁਕਮ ਅੱਗੇ ਵੀ ਜਾ ਕੇ ਚੱਲੇਗਾ। ਇਹ ਸਿਰਫ ਭੁਲੇਖਾ ਹੁੰਦਾ ਹੈ। ਮੈਂ ਸਾਂਪਲੇ ਨੂੰ ਸਤਸੰਗ ਦਿੱਤਾ ਸੀ, ਕੋਈ ਸ਼ਬਦ ਹੀ ਇਸ ਕਿਸਮ ਦਾ ਸੀ ਜਿਹਦੇ ਵਿੱਚ ਮੈਂ ਦੱਸਿਆ ਕਿ ਪਿਆਰਿਓ, ਅੰਤ ਵੇਲੇ ਨਾ ਕਿਸੇ ਰਾਸ਼ਟਰਪਤੀ ਦਾ ਹੁਕਮ ਚੱਲਦਾ ਹੈ, वो भी बेचारा हाथ में सोटी बगल में, वो भी कबीर साहब का शब्द ही बोलते हैं, मन लागो मेरो यार फकीरी में। तो इस वास्ते कबीर साहब कहते हैं कबीरा हर दी भगती बिन, भावें राणी है, राजे नाल शादी जी दी हो गई है, वो राणी कहाएगी
ਨਾਰ ਕੂਕਰੀ ਹੋਏ, ਅਗਰ ਉਹ ਭਗਤੀ ਨਹੀਂ ਕਰਦੀ ਤੇ ਨਾਰ ਕੂਕਰੀ ਹੋਏ, ਗਲੀਆਂ ਗਲੀਆਂ ਭੂਸਤ ਫਿਰੇ ਤੇ ਟੁੱਕਰ ਨਾ ਡਾਰੇ ਕੋਈ। ਉਹਨੂੰ ਕੋਈ ਰੱਖਣ ਵਾਲਾ ਵੀ ਨਹੀਂਗਾ। ਚੌਂਕੀਦਾਰੀ ਬਾਹਲੇ ਘਰਾਂ ਦੀ ਤੇ ਖਾਣ ਨੂੰ ਕਿਸੇ ਘਰੋਂ ਕੁਝ ਨਹੀਂ ਮਿਲਦਾ ਹੁੰਦਾਗਾ। ਕਬੀਰਾ ਕੁਰਦੀ ਭਗਤੀ ਤਜ ਵਿਖਿਆ ਰਸ ਚੋਜ, ਵਾਰ ਵਾਰ ਨਾ ਪਾਈਏ ਮਾਨੁਖ ਜਨਮ ਕੀ ਮੌਜ। ਕਬੀਰ ਸਾਹਿਬ ਕਹਿੰਦੇ ਹੈ ਇਹ ਜਾਮਾ ਤਾਂ ਦਿੱਤਾ ਸੀਗਾ ਪਰਮਾਤਮਾ ਦੀ ਭਗਤੀ ਵਾਸਤੇ, ਉਹਦੇ ਨਾਲ ਮਿਲਾਪ ਕਰਨ ਵਾਸਤੇ। ਹੁਣ ਐਸ਼ੋ ਇਸ਼ਰਤ ਅਸੀਂ ਹਰ ਜਾਮੇ ਵਿੱਚ ਕਰਦੇ ਹਾਂ, ਦੁੱਖ ਸੁੱਖ ਭੋਗਦੇ ਹਾਂ। ਬੱਚੇ ਵੀ ਉਹਨਾਂ ਦੇ ਹੈ, ਇਨਸਾਨਾਂ ਦੇ ਹੈ, ਉਹਨਾਂ ਨੂੰ ਵੀ ਨੀਂਦ ਭੁੱਖ ਪਿਆਸ ਆਉਂਦੀ ਹੈ, ਇਨਸਾਨਾਂ ਨੂੰ ਵੀ ਆਉਂਦੀ ਹੈ। ਮੌਤ ਪੈਦਾਇਸ਼ ਉਹਨਾਂ ਜੂਨਾਂ ਵਿੱਚ ਵੀ ਹੈ ਤੋ ਇਨਸਾਨਾਂ ਵਿੱਚ ਵੀ ਹੈ। ਇਹ ਅਸੀਂ ਸਾਰਾ ਕੁਝ ਦੇਖਦੇ ਹਾਂ, ਲੇਕਿਨ ਅਸੀਂ ਸੋਚਦੇ ਹਾਂ ਕਿ ਮੌਤ ਹੋਰਾਂ ਵਾਸਤੇ ਹੈ। ਸੋ ਇਸ ਵਾਸਤੇ ਆਪ ਕਹਿੰਦੇ ਆ ਘੜੀ ਮੋਹਤ ਕਾ ਪ੍ਰਾਹੁਣਾ। ਇੱਕ ਆਇਆ ਤਾਂ ਕਿਉਂਕਿ ਜ਼ਿੰਦਗੀ ਬੜੀ ਛੋਟੀ ਹੈ, ਸਰੀਰ ਮੌਤ ਦੇ ਨੇੜੇ ਪੁੱਜ ਜਾਂਦਾ ਹੈ, ਛਿਣ ਛਿਣ ਕਮਜ਼ੋਰ ਹੋ ਜਾਂਦਾ ਹੈ। ਕਬੀਰ ਸਾਹਿਬ ਨੇ ਕਿਹਾ ਸੀ ਜਨਨੀ ਕਹੇ ਸੁਤ ਵੱਡਾ ਹੋਤ ਹੈ। ਮਾਤਾ ਕਹਿੰਦੀ ਹੈ ਪੁੱਤ ਮੇਰਾ ਬੜਾ ਹੋ ਰਿਹਾ ਹੈ, ਇਤਨਾ ਕੁ ਨਾ ਜਾਣਾ ਕਿ ਦਿਨ ਦਿਨ ਅਬਦ ਘਟਤ ਹੈ। ਇਹ ਨਹੀਂ ਉਹ ਸੋਚਦੀ ਜਿੱਦੇ 5 ਸਾਲ ਦਾ ਹੋ ਜਾਏਗਾ 5 ਸਾਲ ਘਟ ਜਾਣਗੇ, 10 ਦਾ ਹੋਏਗਾ 10 ਘਟ ਜਾਣਗੇ। ਦਿਨ ਦਿਨ ਅਬਦ ਘਟਤ ਹੈ। ਮੇਰੋ ਮੇਰੋ ਕਰ ਅੜਕ ਲਾੜ ਧਰ, ਏਕਤ ਹੀ ਜਮ ਰਾਓ ਹੱਸੈ। ਮਾਤਾ ਕਹਿੰਦੀ ਮੇਰਾ ਬੱਚਾ ਹੈ, ਮੇਰਾ ਸ਼ੇਰ ਹੈ, ਬਹਾਦਰ ਹੈ, ਤੋ ਜਮ ਸਿਰ ਤੇ ਹੱਸਦਾ ਹੈ ਵੀ ਤੇਰਾ ਨਹੀਂ ਇਹ ਖਾਜ ਮੇਰਾ ਹੈ, ਮੈਂ ਜਦ ਚਾਹਾਂ ਝਪਟ ਮਾਰ ਲਾਂ। ਹੁਣ ਭੇਜਿਆ ਤਾਂ ਕਾਜ ਸਵਾਰਨ ਵਾਸਤੇ ਸੀ, ਭਗਤੀ ਕਰਕੇ ਅਨੇਕਾਂ ਜਨਮਾਂ ਦੀ ਵਿਗੜੀ ਹੋਈ ਉਹ ਪਰਮਾਤਮਾ ਨਾਲ ਬਣਾਉਣੀ, ਲੇਕਿਨ ਉਸ ਪ੍ਰਭੂ ਨੂੰ ਭੁੱਲ ਗਿਆ। ਜਦ ਮਾਂ ਦੇ ਪੇਟ ਵਿੱਚ ਹੈ, ਤੁਸੀਂ ਦੇਖ ਲਓ ਕੁੰਡਲਦਾਰ, ਉਹ ਜਗ੍ਹਾ ਬੜੀ ਭਿਆਨਕ ਹੁੰਦੀ ਹੈ ਜਿਹਦੇ ਵਿੱਚ 10 ਮਹੀਨੇ ਰਹਿੰਦਾ ਹੈ। ਉੱਥੇ ਪੁੱਠਾ ਲਟਕਦਾ ਹੈ, ਸਾਹ ਸਾਹ ਨਾਲ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ। ਸਾਡੇ ਵੇਦ ਸ਼ਾਸਤਰ ਅਗਵਾਹ ਇਸ ਗੱਲ ਦੇ, ਜਿਹੜੇ ਕਮਾਈ ਕਰਦੇ ਉਹਨਾਂ ਨੂੰ ਖੁਦ ਪਤਾ ਹੈ ਕਿ ਉਸ ਵੇਲੇ ਪੇਟ 'ਚ ਇਹਨੂੰ 100 ਜਨਮ ਦਾ ਗਿਆਨ ਹੁੰਦਾ ਹੈ। ਇਹ ਉਸ ਪ੍ਰਕਾਸ਼ ਦੇ ਸਹਾਰੇ ਉਸ ਮਾਂ ਦੇ ਪੇਟ ਵਿੱਚ ਗਲਦਾ ਨਹੀਂ, ਉਹ ਸ਼ਬਦ ਧੁਨੇ ਦੀ ਰੱਖਿਆ ਕਰਦੀ ਹੈ। ਸਾਹ ਸਾਹ ਨਾ ਕਹਿੰਦਾ ਮੈਂ ਤੇਰਾ ਜਾ ਕੇ ਭਜਨ ਜ਼ਰੂਰ ਕਰੂੰਗਾ, ਮੈਂ ਹੋਰਾਂ ਕੰਮਾਂ 'ਚ ਨਹੀਂ ਲੱਗੂੰਗਾ। ਜਦ ਜਨਮ ਹੁੰਦਾ ਹੈ ਅੱਖਾਂ ਖੋਲ ਕੇ ਵੇਖਦਾ ਹੈ, ਤੁਹਾਨੂੰ ਪਤਾ ਹੈ ਕਿ ਘਰ ਵਾਲੇ ਖੁਸ਼ੀ ਮਨਾਉਂਦੇ ਹੈ, ਲਾਡ ਕਰਦੇ ਹੈ, ਪਿਆਰ ਕਰਦੇ ਹੈ। ਜਿਵੇਂ ਜਿਵੇਂ ਇਹ ਅੱਖਾਂ ਖੋਲ੍ਹਦਾ ਹੈ ਦੁਨੀਆ ਦੇਖਦਾ ਹੈ, ਸੋਚਦਾ ਹੈ ਕਿ ਸ਼ਾਇਦ ਇਹ ਮੌਜਾਂ ਸਦਾ ਹੀ ਰਹਿਣਗੀਆਂ। ਤੋ ਉਸ ਪਰਮਾਤਮਾ ਜਿਹਦਾ ਧਿਆਨ ਧਰ ਕੇ ਉੱਥੇ ਬਚਿਆ ਸੀਗਾ ਗਰਭ ਦੇ ਵਿੱਚ, ਉਹਨੂੰ ਭੁਲਾ ਦਿੱਤਾ। ਹੁਣ ਸਭ ਕੁਝ ਆਪਣਾ, ਹੁਣ ਮਾਂ ਵੀ ਆਪਣੀ ਹੈ, ਪਿਤਾ ਵੀ ਆਪਣਾ ਹੈ, ਭੈਣ ਭਰਾ ਵੀ ਆਪਣੇ ਹੈ। ਜਿਹੜੀ ਕਰਮਾਂ ਮੁਤਾਬਕ ਥੋੜ੍ਹੀ ਬਹੁਤੀ ਜਗ੍ਹਾ ਮਿਲ ਗਈ ਉਹ ਵੀ ਆਪਣੀ ਹੈ, ਸਮਾਜ ਵੀ ਆਪਣਾ ਹੈ। ਕਿੱਡੇ ਵੱਡੇ ਮੁਲਕ ਦੇ ਉੱਤੇ ਦਾਅਵਾ ਕਰਦਾ ਹੈ, ਕਹਿੰਦਾ ਉਹ ਵੀ ਸਾਡਾ ਹੈ। ਤੋ ਇੱਕ ਰਾਮ ਪਰਾਇਆ, ਗੁਰੂ ਨਾਨਕ ਸਾਹਿਬ ਕਹਿੰਦੇ ਹੈ ਸਭ ਕੁਝ ਆਪਣਾ ਤੋ ਇੱਕ ਰਾਮ ਪਰਾਇਆ। ਹੁਣ ਜਿਸ ਮਾਲਕ ਕੋਲੇ ਫੇਰ ਜਾਣਾ ਸੀਗਾ ਉਹ ਪਰਾਇਆ ਹੈ। ਭੇਜਿਆ ਤਾਂ ਸੀ ਭਗਤੀ ਵਾਸਤੇ, ਲੇਕਿਨ ਭਗਤੀ ਨੂੰ ਛੱਡ ਕੇ
ਦੁਨੀਆ ਨੂੰ ਬਣਾਉਣ ਲੱਗ ਗਿਆ ਜੀ। ਕੜੀ ਮੋਹਤ ਕਾ ਪਾਹਣ ਕਾਜ ਸਵਾਰਣ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ। ਅਸੀਂ ਗੁਆਰ ਹੈ, ਮੁਗਧ ਹੈ। ਮੁਗਧ ਕੌਣ ਹੈ, ਗੁਆਰ ਕੌਣ ਹੈ? ਜਿਹਨੂੰ ਆਪਣੇ ਕੰਮ ਦਾ ਗਿਆਨ ਨਹੀਂਗਾ, ਜਿਹਨੂੰ ਜਿੰਨਾ ਮਰਜ਼ੀ ਸਮਝਾ ਲਓ ਉਹ ਆਪਣੀ ਹੀ ਚਾਲ ਚੱਲਦਾ ਹੈ। ਇਸ ਵਾਸਤੇ ਆਪ ਕਹਿਣ ਲੱਗੇ ਜਾਂ ਕਾਮ ਦੀਆਂ ਲਹਿਰਾਂ 'ਚ ਹੈ ਜਾਂ ਧਨ ਦੌਲਤ ਇਕੱਠੀ ਕਰਨ ਤੇ ਲੱਗਿਆ ਹੋਇਆ ਹੈ। ਹਾਲਾਂਕਿ ਮਿਲਣਾ ਉਹੀ ਹੈ ਜੋ ਸਾਡੀ ਕਿਸਮਤ ਵਿੱਚ ਹੈ, ਲੇਕਿਨ ਦਿਨ ਦਿਨ ਅਵਰ ਮਰੇ, ਜਦੋਂ ਲੋਕ ਮਰਦੇ ਹੈ ਉਦੋਂ ਇਹ ਮਾਇਆ ਨੂੰ ਤੋਲਦਾ ਹੈ ਕਿ ਇਹਦਾ ਕੋਈ ਸਕਾ ਸਰਬੰਧੀ ਨਹੀਂ, ਇਹ ਮੈਨੂੰ ਮਿਲ ਜਾਏਗੀ, ਇਤਨੀ ਹੋ ਜਾਏਗੀ ਮੇਰੇ ਕੋਲੇ। ਹਾਲਾਂਕਿ ਇਹ ਨਹੀਂ ਪਤਾ ਕਿ ਮੈਂ ਆਪ ਦੀ ਖਾਣੀ ਹੈ ਜਾਂ ਨਹੀਂ ਖਾਣੀ ਜੀ। ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ ਉੱਠ ਚਲਿਆ ਪਛਤਾਇਆ ਪਰਿਆ ਵਸ ਜੰਦਾਰ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਹੈ ਮੁਸਾਫਰਾਂ ਦੀ ਤਰ੍ਹਾਂ, ਜਦ ਬੁਲਾਵਾ ਆਇਆ, ਸੱਦਾ ਆਇਆ, ਮੌਤ ਦੀ ਘੰਟੀ ਵੱਜੀ, ਉੱਠ ਚੱਲਿਆ। ਜਾਣਾ ਕੀ ਸੀ, ਉਹ ਲਿਜਾਣ ਵਾਲੇ ਖੁਦ ਹੀ ਆ ਜਾਂਦੇ ਹੈ। ਜਮ ਆਏ, ਜਮ ਜੰਦਾਰ ਕਹਿਣ ਲੱਗੇ ਉਹ ਆ ਜਾਂਦੇ ਹੈ, ਕੰਨੋਂ ਫੜ ਕੇ ਲੈ ਜਾਂਦੇ ਹੈ। ਨਾ ਧਨ ਪੁੱਛੀ ਨਾ ਮਤਾ ਪਕਾਇਆ, ਨਾ ਕੋਈ ਆਤਮਾ ਨੂੰ ਪੁੱਛਦਾ ਹੈ, ਨਾ ਕੋਈ ਮਤਾ ਪਕਾਉਂਦਾ ਹੈ, ਤੋ ਫੜ ਕੇ ਤੁਰ ਪੈਂਦੇ ਹੈ ਜੀ। ਉੱਠ ਚਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਅੰਧੇ ਤੂੰ ਬੈਠਾ ਕੰਧੀ ਫਾਹੇ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਮੌਤ ਦਾ ਦਰਿਆ ਚੱਲ ਰਿਹਾ ਹੈ, ਪੂਰਾਂ ਦੇ ਪੂਰੇ ਦੇ ਵਿੱਚ ਰੁੜੇ ਜਾਂਦੇ ਹੈ ਤੇ ਤੂੰ ਕਿਨਾਰੇ ਤੇ ਬੈਠਾ ਹੈ। ਇਹਨਾਂ ਕਿਨਾਰਿਆਂ ਨੂੰ ਢਾਹ ਲੱਗੀ ਹੋਈ ਹੈ। ਉਹ ਪਿਆਰਿਓ, ਕਦੇ ਕੋਈ ਬਿਮਾਰੀ ਆ ਘੇਰਦੀ ਹੈ, ਕਦੇ ਕੋਈ ਆ ਘੇਰਦੀ ਹੈ ਕਿ ਇਹ ਸਰੀਰ ਨੂੰ ਢਾਹ ਨਹੀਂ ਲੱਗੀ। ਸੂਫੀ ਸੰਤ ਫਰੀਦ ਸਾਹਿਬ ਕਹਿੰਦੇ ਆ, ਦਰਿਆਵਾਂ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਤੇ ਚੰਤੋਂ ਬਾਜ ਪੜੇ। ਬਗਲਾ ਇੱਕ ਟੰਗ ਤੇ ਖੜਾ ਸੀ ਮੱਛੀ ਦੀ ਤਾਕ ਵਿੱਚ, ਤੋਂ ਬਗਲੇ ਨੂੰ ਬਾਜ ਪੈ ਜਾਂਦਾ ਹੈ। ਜਿਹੜਾ ਉਹ ਤਾਹ ਨੂੰ ਚਲਾ ਕੇ ਬੁਝਦਾ ਸੀਗਾ ਉਹ ਭੁੱਲ ਗਿਆ, ਚਿੰਤੋਂ ਬਾਜ ਪਏ। ਫਿਰ ਉਹ ਕਹਿਣ ਲੱਗੇ ਬਾਜ ਤਾਂ ਉੱਥੇ ਪਹਿਲਾਂ ਵੀ ਉੱਡਦੇ ਫਿਰਦੇ ਸਨ ਤੇ ਬਗਲਾ ਪਤਾ ਨਹੀਂ ਉੱਥੇ ਕਦੋਂ ਦਾ ਬੈਠਾ ਸੀ। ਕਹਿੰਦੇ ਨਹੀਂ, ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚੇਤ ਸਨ, ਸੋ ਗੱਲੀ ਰੱਬ ਕੀਆਂ। ਸਾਡੇ ਮੌਤ ਯਾਦ ਨਹੀਂ ਹੁੰਦੀ। ਸਾਡਾ ਜਾਤੀ ਤਜਰਬਾ ਹੈ ਕਿ ਆਖਰੀ ਸਾਹ ਨਿਕਲਦਾ ਹੁੰਦਾ ਹੈ, ਉਹ ਜੀਵ ਉਦੋਂ ਵੀ ਕਹਿੰਦਾ ਮੈਂ ਕਿਵੇਂ ਨਾ ਕਿਵੇਂ ਜਿਉਂਦਾ ਹੋ ਜਾਵਾਂ। ਜੇ ਉਹਦੇ ਕੋਲੇ ਕਹੀਏ ਕਿ ਭਰਾਵਾ ਹੁਣ ਤਾਂ ਕੋਈ ਆਸ ਉਮੀਦ ਤਾਂ ਹੈ ਨਹੀਂ ਗੀ,
ਤੂੰ ਪਰਮਾਤਮਾ ਨੂੰ ਯਾਦ ਕਰ, ਉਹ ਸੁਣਨ ਵਾਸਤੇ ਤਿਆਰ ਨਹੀਂ ਹੁੰਦਾਗਾ। ਤੋ ਕਹਿਣ ਲੱਗੇ ਕੇਲਾਂ ਵਿਸਰੀਆਂ, 3.5 ਮਣ ਦੇਹੁਰੀ ਚੱਲੇ ਪਾਣੀ ਅੰਨ, ਆਇਆ ਬੰਦਾ ਦੁਨੀ ਵਿੱਚ ਤੇ ਵੱਤ ਅਸੂਣੀ ਬਨ। ਬਹੁਤ ਥੋੜੀ ਪੂੰਜੀ ਸਵਾਸਾਂ ਦੀ ਮਿਲੀ ਹੈ ਜਿਹੜੀ ਇਹ ਲੈ ਕੇ ਆਇਆ। ਫਰੀਦ ਸਾਹਿਬ ਕਹਿੰਦੇ ਆ, ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਮ, ਸਾਸ ਨਿਕਲ ਜਾਂਦੇ ਹੈ ਤੋ 4 ਜਣੇ ਕੰਨਾ ਲਾ ਕੇ ਤੋਰ ਲੈਂਦੇ ਹੈ। ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਅਮਲ ਜੋ ਕੀਤੀ ਦੁਨੀ ਵਿੱਚ ਸੇ ਦਰਗਾਹ ਆਏ ਕੰਮ। ਹੁਣ ਉੱਥੇ ਕਿਸੇ ਨੇ ਨਹੀਂ ਪੁੱਛਣਾ ਕਿ ਤੂੰ ਰਾਜਾ ਸੀ ਜਾਂ ਔਰਤ ਸੀ ਜਾਂ ਮਰਦ ਸੀ ਜਾਂ ਅਮਰੀਕਾ ਚੋਂ ਆਇਆ ਹੈ ਜਾਂ ਹਿੰਦੁਸਤਾਨ ਚੋਂ ਆਇਆ ਹੈ। ਉੱਥੇ ਪਿਆਰਿਓ ਅਮਲ, ਜੋ ਅਮਲ ਅਸੀਂ ਕੀਤੇ ਹੈ, ਕਰਤੂਤਾਂ ਕਰਮ ਕੀਤੇ ਹੈ, ਉਹੀ ਕੰਮ ਆਉਂਦੇ ਹੈ। ਚੰਗੇ ਕੀਤੇ ਹੈ ਉਹ ਭੋਗਣ ਵਾਸਤੇ ਆ ਜਾਂਦੇ ਆ, ਮਾੜੇ ਕੀਤੇ ਉਹ ਆ ਜਾਂਦੇ ਹੈ। ਲੇਕਿਨ ਜੇ ਨਾਮ ਦੀ ਕਮਾਈ ਕਰਦੇ ਆ ਤਾਂ ਨਾਮ ਵਾਲਿਆਂ ਦਾ ਰਸਤਾ ਹੋਰ ਹੈ। ਗੁਰੂ ਨਾਨਕ ਕਹਿੰਦੇ, ਜੇ ਪੈਂਡੇ ਲੁੱਟੀ ਪਨਹਾਰੀ, ਸੋ ਪੈਂਡਾ ਭਗਤਨ ਸੇ ਦੂਰਾਰੀ। ਜਿਸ ਪੈਂਡੇ ਵਿੱਚ ਧਰਮਰਾਜ ਹਿਸਾਬ ਲੈਂਦਾ ਹੈ ਤੋ ਮਾਲਕ ਦੇ ਭਗਤਾਂ ਤੋਂ ਉਹ ਪੈਂਡਾ ਦੂਰ ਹੈ। ਪਹਿਲੀ ਤਾਂ ਗੱਲ ਹੈ ਕਿ ਪੂਰਾ ਸਤਿਗੁਰੂ ਦੇਹ 'ਚ ਹੀ ਸਾਂਭਦਾ ਹੈ। ਅਗਰ ਜੇ ਫਿਰ ਵੀ ਜੀਵ ਦਾ ਇਸ ਪਾਸੇ ਧਿਆਨ ਨਹੀਂ, ਲੇਕਿਨ ਕਾਲ ਦੇ ਹਵਾਲੇ ਫਿਰ ਵੀ ਨਹੀਂ ਹੋਣ ਦਿੰਦਾਗਾ। ਉਹ ਜਦ ਅਸੂਲ ਦੇਹ ਛੁੱਟਦੀ ਹੈ ਉਹ ਅੰਡ ਵਿੱਚ ਜਾ ਕੇ ਸੰਭਾਲ ਕਰ ਲੈਂਦਾ ਹੈ। ਮੈਂ ਕਈ ਦਫਾ ਰਤਨ ਸਾਗਰ ਦਾ ਸਤਸੰਗ ਦੱਸਦਾ ਹੁੰਦਾ ਹੈ, ਉਹਦੇ ਵਿੱਚ ਤੁਲਸੀ ਸਾਹਿਬ ਨੇ ਬੜੇ ਪਿਆਰ ਨਾਲ ਮੌਤ ਦਾ ਨਜ਼ਾਰਾ ਸਮਝਾਇਆ ਹੈ ਕਿ ਸਤਿਗੁਰੂ ਸ਼ਬਦ ਰੂਪ ਹੋ ਕੇ ਕਿਸ ਤਰ੍ਹਾਂ ਜੀਵ ਦੇ ਅੰਦਰ ਬੈਠ ਜਾਂਦਾ ਹੈ। ਸੱਜੇ ਪਾਸੇ ਸਤਿਗੁਰੂ ਬੈਠਾ ਹੈ ਸ਼ਬਦ ਰੂਪ, ਖੱਬੇ ਪਾਸੇ ਕਾਲ ਬੈਠਾ ਹੈ। ਜਦ ਸਾਡੀ ਮੌਤ ਆਉਂਦੀ ਹੈ, ਪੈਰਾਂ ਕਨੀਓ ਸਰੀਰ ਸੁੰਨ ਹੋਣ ਲੱਗਦਾ ਹੈ, ਜਦ ਤੀਸਰੇ ਤਿਲ ਤੇ ਅੱਖਾਂ ਤੇ ਆ ਜਾਂਦੇ ਹੈ, ਆਤਮਾ ਸਰੀਰ ਨੂੰ ਛੱਡਦੀ ਹੈ। ਅਗਰ ਗੁਰੂ ਹੈ ਪੂਰਨ ਤਾਂ ਉੱਥੇ ਆਤਮਾ ਨੂੰ ਸਾਂਭ ਲੇਗਾ, ਅਗਰ ਨਹੀਂ ਤਾਂ ਕਾਲ ਹੈ। ਖੱਬੇ ਪਾਸੇ ਕਾਲ ਵੀ ਆਵਾਜ਼ ਦਿੰਦਾ ਹੈ। ਕੋਈ ਗੁਰੂ ਨਹੀਂ, ਉਸ ਵੇਲੇ ਟਿਕਟਿਕੀ ਲੱਗੀ ਹੈ, ਲੱਗੀ ਟਿਕਟਿਕੀ ਦਿਸੇ ਨਾ ਪਾਈ, ਵਾਹ ਸਮੇਂ ਕੀ ਬਾਤ ਬਤਾਈ। ਤੁਲਸੀ ਸਾਹਿਬ ਕਹਿੰਦੇ ਆ, ਟਿਕਟਿਕੀ ਲੱਗ ਜਾਂਦੀ ਹੈ, ਅੱਖਾਂ ਫਰਕਣੋਂ ਹਟ ਜਾਂਦੀਆਂ ਹਨ, ਪਾਣੀ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਂਦਾ ਹੈ। ਬੜੀਆਂ ਪੀੜਾਂ ਹੈ, ਬਾਹਰ ਦੱਸ ਨਹੀਂ ਸਕਦਾ, ਅੰਦਰ ਤਕਲੀਫ ਮਿਲਦੀ ਹੈ। ਤੋ ਕਹਿੰਦੇ ਤਬ ਕਾਲ ਜੜ ਮੇ ਆਏ ਚਬਾਨੀ। ਹੁਣ ਕੋਈ ਉਸ ਵੇਲੇ ਗੁਰੂ ਨਹੀਂ, ਕੋਈ ਪੀਰ ਨਹੀਂ ਜਿਹਦਾ ਧਿਆਨ ਧਰੇ, ਜਿਹੜਾ ਅੱਗੇ ਬੈਠਾ ਹੋਵੇ। ਨਗੁਰੀ ਆਤਮਾ ਨੂੰ ਪਤਾ ਹੀ ਨਹੀਂ ਮੈਂ ਜਾਣਾ ਕਿੱਧਰ ਹੈ, ਤੋ ਕਾਲ ਆਵਾਜ਼ ਦਿੰਦਾ ਹੈ। ਤੋ ਕਹਿੰਦੇ ਕਾਲ ਦਾੜ ਮੇ ਆਏ ਚਬਾਨੀ, ਤਬ ਠਰ ਕੇ ਨੈਨਨ ਸੇ ਪਾਣੀ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਅੰਧੇ ਤੂੰ ਬੈਠਾ ਕੰਦੀ ਪਰ, ਕਿ ਅੱਖਾਂ ਤੋਂ ਅੰਨਾ ਹੋਇਆ ਬੈਠਾ ਹੈ, ਉਹ ਮਾਲਕ ਅੰਦਰ ਹੈ। ਉਹਨੂੰ ਕਦੇ ਮਿਲਣ ਵਾਸਤੇ ਤਿਆਰੀ ਨਹੀਂ ਕੀਤੀ। ਉਹਨੂੰ ਲੱਭਦਾ ਹੈ ਤਾਂ ਕਦੇ ਗ੍ਰੰਥਾਂ 'ਚ ਲੱਭਦਾ ਹੈ, ਕਦੇ ਪੋਥੀਆਂ 'ਚ ਲੱਭਦਾ ਹੈ, ਕਦੇ ਮੰਦਰਾਂ 'ਚ ਲੱਭਦਾ ਹੈ, ਕਦੇ ਚਰਚ ਜਾ ਕੇ ਲੱਭਦਾ ਹੈ। ਲੇਕਿਨ ਸੱਚੀ ਚਰਚ, ਸੱਚਾ ਮੰਦਰ ਕੀ ਹੈ? ਉਹ ਸਰੀਰ ਹੈ। ਗੁਰੂ ਸਾਹਿਬ ਕਹਿੰਦੇ ਹਰ ਮੰਦਰ ਇਹ ਉਹ ਸਰੀਰ ਹੈ। ਗੁਰੂ ਅਮਰਦੇਵ ਜੀ ਕਹਿੰਦੇ ਹੈ, ਗਿਆਨ ਰਤਨ ਪ੍ਰਗਟ ਹੋਏ। ਉਹ ਇਸ ਮੰਦਰ ਦੇ ਵਿੱਚ ਤਾਂ ਕਦੇ ਝਾਤੀ ਨਹੀਂ ਮਾਰੀ, ਇਹ 'ਚ ਕਦੇ ਝਾੜੂ ਕੱਢਿਆ। ਉਹ ਸਿਮਰਨ ਜਿਹੜਾ ਹੈ ਇਹ ਝਾੜੂ ਦਾ ਕੰਮ ਕਰਦਾ ਹੈ। ਜਿਹੜੇ ਆਪਦੇ ਹੱਥਾਂ ਪੈਰਾਂ ਨਾਲ ਬਣਾਏ ਹੈ ਉਹਨਾਂ 'ਚ ਅਸੀਂ ਝਾੜੂ ਕੱਢਦੇ ਹਾਂ, ਸਿਰਫ ਵੀ ਸਾਨੂੰ ਕਹਿਣਗੇ ਬੜਾ ਪ੍ਰੇਮੀ ਹੈ ਇਹ।
ਬੜਾ ਅੱਛਾ ਹੈ। ਇਹ ਤਾਂ ਰੋਜ਼ ਤੜਕੇ ਜਾ ਕੇ ਝਾੜੂ ਕੱਢਦਾ ਹੈ। ਉਹ ਜਿਹੜਾ ਮੰਦਿਰ ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਆ ਤੁਹਾਨੂੰ ਪ੍ਰਮਾਤਮਾ ਨੇ ਖੁਦ ਦਿੱਤਾ ਹੈ, ਮੁਫਤ ਦੇ ਵਿੱਚ ਦਿੱਤਾ ਹੈ, ਕਦੇ ਉਹਦੇ ਵਿੱਚ ਝਾੜੂ ਮਾਰਿਆ ਹੈ? तुलसी साहब कहते हैं दिल का हुजरा साफ कर, जाना के आने के लिए, ध्यान गैरों का उठा उसके बैठाने के लिए। वो कहते आपदे मंदिर की पहला सफाई कर, फिर कहते कि जेड़े कुदरत ने मंदिर बनाया उहदे जांदा नहीं, जेड़े हत्थां पैरां बनाए है कहते मैनूं अफसोस है, कदे आपदे मंदिर च भी झाड़ू कढ। अंधे तू बैठा कंधी पाए, अंधे तू बैठा कंधी पाए। गुरु साहब कहते हैं मौत का दरिया वगदा, तू किनारे ते बैठा है, इनू ढाह लगी हुई है, शरीर सदा नहीं रहनागा, छिण छिण बुढ़ापे की तरफ जा रहा है, मौत सकंजा कस रही है, पता नहीं किस वेले आवाज पै जानी है, तू उस किनारे ते बैठा है जी। अंधे तू बैठा कंधी पाहे, अंधे तू बैठा कंधी पाहे। जे होवी पूरब लेखिया, तां गुर का बचन कमाए। हुण गुरु साहब प्यार नाल कहंदे आ जिन्ना मस्तक धुरो हर लिखिया तिन्ना सतगुर मिलिया, अज्ञान अधेरा कटिया गुर ज्ञान घट बलिया, हर लद्दा रतन पदार्थों फिर बोहड़ न चलिया, नानक नाम ओराध्या अराध हर मिलिया। अगर तेरे पोते विच पुण्य है, तेरे पूर्वले कर्मां च लिखिया है, वो प्यारिया तैनूं जिहड़ा गुरु ने नाम दिता है, बचन दिता है, जिहड़ा अविनाशी है, जिहड़ा कदे नाश नहीं हो सकता, वो नाम जिन्हों अग नहीं साड़ सकती, जिन्हों हवा उड़ा नहीं सकती, चोर चोरी नहीं कर सकता, ठग ठगी नहीं मार सकता, वो तू उस नूं जपगा, उस ते अमल करके गुरु की कहता है जी। जे होवी पूरब लेखिया, तां गुर का बचन कमाए, हरि नहीं न डरी, पकी वडण हार। हुण गुरु साहब प्यार नाल कहंदे है, बड़ी अच्छी एक मिसाल दे के समझाउंदे है, जिस तरह जिमीदार खेती बीजदा है, वो खेती का मालक है, ये हुण ओहदी मौज है कि मैं हरी छोटी वड्ढनी है या डड्डियां वाली वड्ढनी है, या इनू पका के वड्ढना है। हाँ भाई। हरि नहीं न डरी, पकी वडण हार, ले ले दात पोहतिया, लावे कर तैयार। अगर वो उस तो आप ਉਹਨੂੰ ਟਾਈਮ नहीं तो की करता है, वो लावे, ਜਿਹੜੇ ਮਜ਼ਦੂਰੀ ਕਰਦੇ ਹੈ ਉਹਨਾਂ ਨੂੰ ਲਾਵੇ ਕਹਿੰਦੇ ਹੈ, ਉਹਨਾਂ ਨੂੰ ਤਿਆਰ ਕਰ ਲੈਂਦਾ ਹੈ, ਉਹ ਦਾਤਰੀਆਂ ਲੈ ਕੇ ਹਥਿਆਰ ਲੈ ਕੇ ਆਪਦੇ ਕੁਹਾੜੀਆਂ ਲੈ ਕੇ ਆ ਜਾਂਦੇ ਹੈ। ਇਹ ਇੱਕ ਮਿਸਾਲ ਗੁਰੂ ਨਾਨਕ ਨੇ ਗੁਰੂ ਅਰਜਨ ਦੇਵ ਨੇ ਦਿੱਤੀ ਹੈ, ਭਾਵ कि जिस संसार विच आपां आए हैं, ये उस काल भगवान की खेती है जिन्हें 70 युग एक दफा एक टंग ते पार खड़ के भगती की सतपुरुष की, 64 युग एक दफा
ਇਹ ਵੀ ਗੁਰੂ ਨਾਨਕ ਕਹਿੰਦੇ ਆ, ਗੁਪਤੇ ਬੁੱਝੇ ਜੁਗ ਚਤਾਰੇ। ਇਹ ਵੀ ਇੱਕ ਅੰਦਾਜ਼ਾ ਹੈ। ਬੜੀ ਕਠਿਨ ਸਾਧਨਾ ਸਾਧ ਕੇ ਸਤਪੁਰਸ਼ ਨੂੰ ਖੁਸ਼ ਕੀਤਾ। ਖੁਸ਼ ਕੀਤਾ, ਕਹਿਣ ਲੱਗਿਆ, ਇਹ ਰਚਨਾ ਮੋਹ ਲੱਗੇ ਨਾ ਪਿਆਰੀ, ਰਚਨਾ ਔਰ ਰਚੂ ਮੈਂ ਨਿਆਰੀ। ਸਵਾਮੀ ਜੀ ਕਹਿੰਦੇ ਆ, ਉਹਨੂੰ ਕਹਿਣ ਲੱਗਿਆ, ਇਹ ਰਚਨਾ ਹੈ ਜਿਹੜੀ ਤੇਰੀ ਸੱਚਖੰਡ ਦੀ, ਇਹ ਮੈਨੂੰ ਚੰਗੀ ਨਹੀਂ ਲੱਗਦੀ, ਮੈਂ ਆਪਣੀ ਰਚਨਾ ਰਚੂੰਗਾ, ਜਿੱਥੇ ਮੈਂ ਕਰਤਾ ਧਰਤਾ, ਮੈਥੋਂ ਕੋਈ ਜਵਾਬ ਨਾ ਪੁੱਛੇ। ਤੋ ਸੇਵਾ ਵਸ ਉਸ ਪਰਮਾਤਮਾ ਨੇ ਸਤਪੁਰਸ਼ ਨੂੰ, ਪੁਰਸ਼ ਨੇ ਕਾਲ ਨੂੰ ਬੇਸ਼ੁਮਾਰ ਰੂਹਾਂ ਸੌਂਪ ਦਿੱਤੀਆਂ। ਜਦ ਰੂਹਾਂ ਕਾਲ ਨੂੰ ਸੌਂਪ ਰਹੇ ਸੀਗੇ, ਸਵਾਮੀ ਜੀ ਮਹਾਰਾਜ ਕਹਿੰਦੇ ਆ, ਇੱਕ ਜੀਵ ਗਿਰਿਆ ਜਾਰੀ ਕਰਕੇ ਰੋਇਆ। ਜੋ ਸਤਪੁਰਸ਼ ਨੇ ਕਿਹਾ, ਇੱਕ ਇਹ ਦੇਸ਼ ਵਸਾਉਣਾ ਚਾਹੁੰਦਾ ਹੈ ਜਿਹਦੇ ਵਿੱਚ ਤੁਹਾਨੂੰ ਬੜੇ ਬਾਗ ਬਗੀਚੇ ਲਾਏਗਾ, ਬੜੀਆਂ ਸਹੂਲਤਾਂ ਵੀ ਦੇਵੇਗਾ। ਤੋ ਜੀਵ ਰੋ ਕੇ ਕਹਿਣ ਲੱਗਾ, ਮਹਾਰਾਜ ਜੀ ਸਾਨੂੰ ਤੁਸੀਂ ਭੇਜਦੇ ਹੋ, ਪਤਾ ਨਹੀਂ ਇਹ ਸਾਡੇ ਨਾਲ ਕੀ ਸਲੂਕ ਕਰੇ, ਅਸੀਂ ਕਿਹੜਾ ਇਹਦੇ ਵਾਕਫ ਹਾਂ। ਤੋ ਉੱਥੇ ਸਤਪੁਰਸ਼ ਨੇ ਬਚਨ ਕੀਤਾ ਕਿ ਇਹਦੇ ਨਾਲ ਮੇਰਾ ਐਦ ਹੈ, ਹੁਣ ਤੁਹਾਨੂੰ ਭਗਾਉਣਾ ਪਏਗਾ, ਪਰ ਮੈਂ ਖੁਦ ਤੁਹਾਨੂੰ ਲੈਣ ਵਾਸਤੇ ਤੁਹਾਡੇ ਜੈਸੇ ਜਿਸਮ ਧਾਰ ਕੇ ਸੰਸਾਰ ਵਿੱਚ ਆਇਆ ਕਰੂੰਗਾ। ਜਿਹੜਾ ਨੂੰ ਕਾਲ ਦੇ ਰਾਜ ਵਿੱਚ ਦੁੱਖ ਮਹਿਸੂਸ ਹੋਏਗਾ, ਉਹ ਮੈਨੂੰ ਪਛਾਣ ਲੈਣਗੇ, ਮੇਰੀ ਆਵਾਜ਼ ਸੁਣਨਗੇ, ਮੇਰੀ ਆਵਾਜ਼ ਨੂੰ ਤਨ ਮਨ ਦੇ ਨਾਲ ਕਮਾਉਣਗੇ, ਮੈਂ ਉਹਨਾਂ ਨੂੰ ਬਾਹੋਂ ਫੜ ਕੇ ਲੈ ਆਊਂਗਾ। ਜਿਹੜੇ ਕਾਲ ਦੇ ਬਹਿਕਾਵੇ ਵਿੱਚ ਜੀਵ ਆ ਜਾਣਗੇ, ਉਹ ਮੇਰੀ ਆਵਾਜ਼ ਨਹੀਂ ਸੁਣਨਗੇ, ਬਲਕਿ ਮੇਰੀ ਮੁਖਾਲਫਤ ਕਰਨਗੇ, ਬਲਕਿ ਮੈਨੂੰ ਮਾਰਨ ਤੱਕ ਵੀ ਜਾਣਗੇ। ਜਦੋਂ ਮਹਾਰਾਜ ਕਿਰਪਾਲ ਮੇਰੇ ਘਰ ਵਿੱਚ ਆਏ ਸਨ, ਕਿਉਂਕਿ ਉੱਥੇ ਸਤਸੰਗ ਦਾ ਇੰਤਜ਼ਾਮ ਕੀਤਾ ਹੋਇਆ ਸੀਗਾ, ਤਾਂ ਮਹਾਰਾਜ ਨੇ ਬੈਠ ਕੇ ਇਹੀ ਸ਼ਬਦ ਬੋਲਿਆ ਸੀ ਕਿ ਜਿਨ ਤੁਮ ਭੇਜੇ ਤਿਨੇ ਬੁਲਾਏ। ਇਹ ਉਹਨਾਂ ਦੇ ਪਾਠੀ ਮਾਸਟਰ ਪ੍ਰਤਾਪ ਸਿੰਘ ਨੇ ਸ਼ਬਦ ਪੜ੍ਹਿਆ ਤੇ ਮੇਰੇ ਦਿਲ ਨੂੰ ਛੂ ਗਿਆ ਕਿ ਲੈਣ ਵਾਲਾ ਆ ਗਿਆ ਹੈ। ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਤੁਮ ਘਰ ਆਓ ਮੇਰੇ ਮੀਤ, ਮੇਰੇ ਪਿਆਰਿਓ ਆਓ। ਤੁਮਰੇ ਦੋਖੀ ਆਪ ਨਿਵਾਰੇ, ਅਬਦਾ ਭਈ ਬਤੀਤ। ਜਿਹੜੇ ਤੁਹਾਨੂੰ ਦੁੱਖ ਦੇਣ ਵਾਲੇ ਹੈ, ਕਾਲ ਦੀਆਂ ਫੌਜਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮੈਂ ਖੁਦ ਹੀ ਤੁਹਾਨੂੰ ਐਸੀ ਜੁਗਤੀ ਦੱਸੂਗਾ ਜਿਹੜੇ ਤੁਹਾਡੇ ਵੱਸ ਵਿੱਚ ਆ ਜਾਣ। ਤੁਸੀਂ ਆਰਾਮ ਨਾਲ 4 ਦਿਨ ਇੱਥੇ ਵੀ ਸੌਖੇ ਕੱਟ ਲਓਗੇ ਸ਼ਾਂਤੀ ਨਾਲ, ਤਾਂ ਮੇਰੇ ਸਾਥ ਵੀ ਚੱਲ ਵੜੋਗੇ। तो बाकी जितने भी काल दे जीव होणगे, मेरी गल जिथे चलदी होऊगी, गुरु नानक कहते नाम सुनत जन विछुआ डसाना। जिथे पूरे गुरु की तारीफ होएगी, जिन्हां दे भागां 'च नहीं लिखिया, काल दे बहकावे 'च है, उन्हां दे बिच्छू की तरह डंग वजदा है। कहंदे ये गल क्यों करदा है? इस वास्ते आप प्यार नाल कहंदे है कि वो आप नहीं कट सकता। की है कि ये हुण खेती जी ने इन्नी तपस्या करके रूहां मंगियां हन, ये हुण ओहदी मौज है कि पेट चों निकलदे नूं उहने ले जाना है। क्योंकि भारत वर्ष दे विच 4 वंडां कीतियां जिंदगी दियां, बाल अवस्था और किशोर अवस्था, अधखड़, बुढ़ापा। हुण इहदी मौज है कि जमदे नूं लिजाना है या थोड़ा बहुता खेडदे नूं लिजाना है, या जवान अवस्था च लिजाना है, या उस नूं पका के
ਇਹ ਜ਼ਿਮੀਂਦਾਰ ਦੀ ਖੇਤੀ ਦੀ ਤਰ੍ਹਾਂ ਹੈ, ਚਾਹੇ ਡੱਡਿਆਂ ਵਾਲੀ ਵੱਢੇ, ਚਾਹੇ ਹਰੀ ਵੱਢ ਲੈ, ਚਾਹੇ ਤਾਂ ਪੇਟ ਚੋਂ ਨਿਕਲਦੇ ਨੂੰ ਲੈ ਜੇ, ਚਾਹੇ ਡੱਡਿਆਂ ਵਾਲੀ ਵੱਢ ਲਵੇ ਤੇ ਜਾਂ ਉਹਦੀ ਮਰਜ਼ੀ ਹੋਵੇ ਤਾਂ ਪਕਾ ਲੇ। ਅਗਰ ਉਹ ਆਪ ਨਹੀਂ ਕੱਟ ਸਕਦਾ ਤੇ ਉਹ ਮਜ਼ਦੂਰ ਲਿਜਾਂਦਾ ਹੈ। ਤੋ ਧਰਮਰਾਜ ਜੇ ਖੁਦ ਨਹੀਂ ਆਉਂਦਾ, ਉਹ ਆਪਦੇ ਜੰਮ ਭੇਜਦਾ ਲੈਣ ਵਾਸਤੇ। ਜਿਵੇਂ ਇੱਥੇ ਕੁਹਾੜੀਆਂ ਦਾਤਰੀਆਂ ਲੈ ਕੇ ਖੇਤੀ ਕੱਟਦੇ ਹੈ, ਤੋ ਜੰਮ ਆਪਦੇ ਬਰਸ਼ੇ, ਨੇਜੇ, ਆਰੇ, ਜਮੂਰ ਇਹੋ ਜਿਹਾ ਸਮਾਨ ਲੈ ਕੇ ਆ ਜਾਂਦੇ ਹੈ। ਦੇਖੀਦਾ ਹੈ, ਬਹੁਤ ਕਹਿੰਦੇ ਆ ਕਿ ਜੀ ਸੱਪ ਕੱਟਦੇ ਹੈ, ਕੋਈ ਕਹਿੰਦਾ ਕੁੱਤੇ ਖਾਂਦੇ ਹੈ, ਕੋਈ ਕਹਿੰਦਾ ਜੰਮ ਸੇਲੇ ਮਾਰਦੇ ਹੈ। ਇਹ ਮੈਂ ਸੁਣੀਆਂ ਬਾਤਾਂ ਨਹੀਂ ਕਰਦਾ ਗਾ, ਖੁਦ ਜਿਨ੍ਹਾਂ ਨਾਲ ਹੁੰਦੀ ਹੈ ਉਹ ਮੂੰਹੋਂ ਦੱਸਦੇ ਹੈ। ਲੇਕਿਨ ਉਤਲਿਆਂ ਦੇ ਫਿਰ ਵੀ ਕੰਨ ਤੇ ਜੂੰ ਨਹੀਂ ਰੀਂਗਦੀ। ਉਹ ਕਹਿੰਦੇ ਆ ਇਹ ਕਰਦਾ ਹੈ, ਸਾਡੇ ਨਾਲ ਕਿਹੜਾ ਹੋਣੀ ਹੈ, ਬਹੁਤ ਸਾਨੂੰ ਥੋੜ੍ਹੋ ਹੈ। ਸੋ ਇਸ ਵਾਸਤੇ ਆਪ ਕਹਿਣ ਲੱਗੇ, ਉਹ ਧਰਮਰਾਜਾ ਜਿਹੜਾ ਆਪਦੇ ਦੂਤਾਂ ਨੂੰ ਭੇਜਦਾ ਹੈ, ਉਹ ਇਹ ਹਥਿਆਰ ਲੈ ਕੇ ਆ ਜਾਂਦੇ ਹੈ ਜੀ। ਲੈ ਲੈ ਦਾਤ ਪਹੁੰਚਿਆ, ਲਾਵੇ ਕਰ ਤਿਆਰ, ਜਾਂ ਹੋਆ ਹੁਕਮ ਕਿਰਸਾਣ ਦਾ, ਤਾਂ ਲੁਣ ਮਿਣਿਆ ਖੇਤਾਰ। ਜਦੋਂ ਧਰਮਰਾਜ ਦਾ ਹੁਕਮ ਹੋ ਜਾਂਦਾ ਹੈ, ਉਹ ਆ ਕੇ ਜਿਵੇਂ ਮਜ਼ਦੂਰ ਖੇਤ ਨੂੰ ਇਕੱਠਾ ਕਰ ਲੈਂਦੇ ਹੈ, ਉਹ ਵੀ ਸਰੀਰ ਤੇ ਕਬਜ਼ਾ ਕਰ ਲੈਂਦੇ ਹੈ, ਆਤਮਾ ਨੂੰ ਕਬਜ਼ ਕਰ ਲੈਂਦੇ ਹੈ। ਸਰੀਰ ਰਹਿ ਜਾਂਦਾ ਹੈ ਭੋਗ, ਕੌਣ ਰੱਖਦਾ ਉਹਨੂੰ ਜੀ। ਜਾਂ ਹੋਆ ਹੁਕਮ ਕਿਰਸਾਣ ਦਾ, ਤਾਂ ਲੁਣ ਮਿਣਿਆ ਖੇਤਾਰ। ਪਹਿਲਾ ਪੈਰ ਤੰਦੇ ਗਿਆ, ਦੂਜੇ ਪਰਿਆ ਸੋਏ, ਤੀਜੇ ਚਾਖ ਚਖਾਇਆ, ਚੌਥੇ ਪੁਰ ਪਿਆ। ਆ ਪਿਆਰ ਨਾਲ ਕਹਿੰਦੇ ਹੈ, ਜਦ ਮਾਂ ਦੇ ਪੇਟ 'ਚ ਹੈ, ਸਾਹ ਸਾਹ ਨਾਲ ਪੁਕਾਰਦਾ ਹੈ ਕਿ ਤੇਰਾ ਮੈਂ ਭਜਨ ਕਰੂੰਗਾ। ਜਦ ਬਾਹਰ ਆਉਂਦਾ ਹੈ, ਰੰਗ ਬਿਰੰਗੀ ਦੁਨੀਆ ਦੇਖਦਾ ਹੈ। ਇਹ ਜਿਹੜੇ ਲੋਕ ਅੱਜ ਇੰਨਾ ਪਿਆਰ ਕਰਦੇ ਹੈ, ਇਹ ਸਦਾ ਹੀ ਇੰਨਾ ਪਿਆਰ ਦੇਣਗੇ। ਜਿਹੜੀ ਇਹ ਦੂਸਰੀ ਅਵਸਥਾ ਹੈ, ਉਹ ਖੇਲ ਕੂਦ ਵਿੱਚ ਲੰਘ ਜਾਂਦੀ ਹੈ, ਸੌਣ 'ਚ ਲੰਘ ਜਾਂਦੀ ਹੈ। ਤੀਸਰੀ ਅਵਸਥਾ ਆ ਗਈ, ਅਧਖੜ ਹੋ ਗਿਆ। ਹੁਣ ਬੈਲ ਦੀ ਤਰ੍ਹਾਂ ਦਿਨ ਰਾਤ ਕਹਿੰਦਾ ਮੁੰਡਿਆਂ ਵਾਸਤੇ ਆਹ ਜੋੜ ਜਾ, ਆਹ ਜੋੜ ਜਾ, ਉਹਨੂੰ ਵੀ ਲਿਆ ਕੇ ਧਨ ਇਕੱਠਾ ਕਰ ਲਾ, ਚੰਗੇ ਮਹਿਲ ਪਾ ਲਾ, ਮਾੜੀਆਂ ਪਾ ਲਵਾਂ। ਤੀਸਰੀ ਅਵਸਥਾ 'ਚ ਇੱਧਰ ਤੁਰ ਗਿਆ, ਪਰਮਾਤਮਾ ਦੀ ਤਰਫ ਧਿਆਨ ਨਾ ਆ ਗਿਆ। ਚੌਥੀ ਅਵਸਥਾ ਬੁਢਾਪਾ ਆ ਗਿਆ, ਸਰੀਰ ਕਮਜ਼ੋਰ ਹੋ ਗਿਆ, ਚੱਲਿਆ ਜਾਂਦਾ ਨਹੀਂ, ਅੱਖਾਂ ਤੋਂ ਅੰਨਾ ਹੋ ਗਿਆ, ਕੰਨਾਂ ਤੋਂ ਬੋਲਾ ਹੋ ਗਿਆ। ਘਰ ਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਗੇ। ਜੇ ਭੁੱਲ ਚੁੱਕ ਕੇ ਕਰਕੇ ਬੁੱਢਾ ਖੰਘ ਵੀ ਪਏ ਤੋ ਪਿਆਰਿਓ ਘਰਦਿਆਂ ਨੂੰ ਉਹ ਖੰਘਦਾ ਵੀ ਚੰਗਾ ਨਹੀਂ ਲੱਗਦਾ ਗਾ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਚਾਰੇ ਵਾਸਾਂ ਗਵਾ ਲੀਆਂ, ਬੁੱਢਾ ਹੋ ਗਿਆ, ਪਛਤਾਉਂਦਾ ਹੈ। ਹੁਣ ਪਛਤਾਇਆ ਕੀ ਬਣਦਾ ਹੈ ਜੀ। ਤੀਜੇ ਚਾਖ ਚਖਾਇਆ, ਚੌਥੇ ਪੁਰ ਪਰਿਆ। ਕਦ ਹੀ ਚੇਤਨ ਆਇਓ,
ਜਿਨ ਜਿਉ ਪਿੰਡ ਦੀਆ। ਹੁਣ ਚਾਰੇ ਅਵਸਥਾ ਜਿਹੜੀਆਂ ਸੀਗੀਆਂ ਉਹ ਦੁਨੀਆ ਦੇ ਵਿਸ਼ੇ ਬਕਾਰਾਂ 'ਚ ਐਸ਼ੋ ਇਸ਼ਰਤ ਮਾਇਆ ਦਾ ਪੁਜਾਰੀ ਬਣ ਕੇ ਟਪਾ ਦਿੱਤੀਆਂ। ਜਿਸ ਪ੍ਰਮਾਤਮਾ ਨੇ ਇਹ ਸਰੀਰ ਆਤਮਾ ਜਿਹਦੇ ਕਰਕੇ ਇੰਨਾ ਸਾਡਾ ਆਦਰ ਹੈ ਦਿੱਤੇ ਹੈ, ਉਹਨੂੰ ਕਦੇ ਯਾਦ ਨਾ ਕੀਤਾ, ਉਹਦੀ ਤਰਫ ਭੁੱਲ ਕੇ ਵੀ ਨਾ ਆਏ ਜੀ। ਕਦ ਹੀ ਚੇਤ ਨ ਆਇਓ ਜਿਨ ਜਿਉ ਪਿੰਡ ਦੀਆ। ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਆਪ ਦਾ ਤਜਰਬਾ ਦੱਸਦੇ ਹੈ ਕਿ ਮੈਂ ਆਪ ਦੇ ਗੁਰੂ ਦੀ ਸੰਗਤ ਤੋਂ ਕੁਰਬਾਨ ਜਾਣਾ ਹੈ। ਗੁਰੂ ਰਾਮਦਾਸ ਦੀ ਸੰਗਤ ਤੋਂ ਕੁਰਬਾਨ ਜਾਣਾ ਹੈ। ਮੈਂ ਤਨ ਵੀ ਕੁਰਬਾਨ ਕੀਤਾ, ਮਨ ਵੀ, ਧਨ ਵੀ, ਕਿਉਂਕਿ ਜੇ ਮੈਂ ਸੰਗਤ ਦੇ ਵਿੱਚ ਆਇਆ, ਮੇਰੇ ਅੰਦਰ ਨਾਮ ਦੀ ਇੱਛਾ ਪੈਦਾ ਹੋਈ, ਮੈਨੂੰ ਮੇਰੇ ਪਿਆਰੇ ਗੁਰੂ ਦੇਵ ਨੇ ਉਹ ਵਸਤੂ ਦਿੱਤੀ, ਵਸਤੂ ਅਗੋਚਰ ਦੀਸ ਮੇਰੇ ਸਤਿਗੁਰ। ਕਬੀਰ ਸਾਹਿਬ ਕਹਿੰਦੇ ਅਗੋਚਰ, ਜਿਹੜੀ ਅਸੀਂ ਇਹਨਾਂ ਅੱਖਾਂ ਨਾਲ ਨਾਮ ਨੂੰ ਦੇਖ ਨਹੀਂ ਸਕਦੇ, ਜਦ ਤੱਕ ਕਿ ਅੰਦਰ ਵਾਲੀ ਅੱਖ ਜਿਹੜੀ ਨਾਮ ਨੂੰ ਦੇਖਦੀ ਹੈ ਖੋਲਦੇ ਨਹੀਂ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਮੈਂ ਤਨ ਵੀ ਕੁਰਬਾਨ ਕੀਤਾ, ਮਨ ਵੀ, ਧਨ ਵੀ, ਜੋ ਕੁਛ ਮੇਰੇ ਕੋਲੇ ਸੀਗਾ ਉਹ ਸਭ ਕੁਛ ਆਪਦੇ ਗੁਰੂ ਰਾਮਦਾਸ ਤੋਂ ਕੁਰਬਾਨ ਕਰ ਦਿੱਤਾ, ਕਿਉਂਕਿ ਉਹਦੀ ਸੰਗਤ 'ਚ ਆਇਆ ਤਾਂ ਮੈਨੂੰ ਬਚਨ ਦਾ, ਸੱਚਖੰਡ ਜਾਣ ਦਾ ਬੀਜਾ ਮਿਲਿਆ, ਨਾਮ ਮਿਲਿਆ ਹੈ ਜੀ। ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ। ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ। ਕਿਉਂ ਮੈਂ ਸਤਸੰਗ ਦੇ ਵਿੱਚ ਗਿਆ, ਕਿਉਂ ਮੈਂ ਸਤਸੰਗ ਦੀ ਇੰਨੀ ਤਾਰੀਫ ਕਰਦਾ ਹਾਂ? ਮੈਨੂੰ ਜਨਮਾਂ ਜਨਮਾਤਰਾਂ ਦੀ ਸੋਝੀ ਸਤਸੰਗ ਵਿੱਚ ਜਾ ਕੇ ਆਈ। ਮੈਂ ਕਹਿਣਾ ਹੁੰਦਾ ਹੈ ਕਿ ਕਿਸ ਤਰ੍ਹਾਂ ਹਰ ਸੰਤ ਨੇ ਸਤਸੰਗ ਦੀ ਮਹਿਮਾ ਗਾਈ। ਕਬੀਰ ਸਾਹਿਬ ਕਹਿੰਦੇ ਆ, ਰਾਮ ਬੁਲਾਵਾ ਭੇਜਿਆ ਦਇਆ ਕਬੀਰਾ ਰੋਏ, ਜੋ ਸੁਖ ਸਾਧੂ ਸੰਗ ਹੈ ਸੋ ਬੈਕੁੰਠ ਨ ਹੋਏ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਕਰਮਾਂ ਵਿੱਚ ਲਿਖਿਆ ਹੈ ਉਹਨਾਂ ਨੂੰ ਤਾਨੇ ਮਾਰਦੇ ਹੈ ਲੋਕ। ਮਹਾਰਾਜ ਸਾਵਣ ਸਿੰਘ ਦੇ ਅੱਗੇ ਆ ਕੇ ਕਈਆਂ ਨੇ ਬੇਨਤੀ ਕਰਨੀ ਕਿ ਮਹਾਰਾਜ ਜੀ ਸਾਡੇ ਪੜੋਸ ਵਾਲੇ ਜਾਂ ਹੋਰ ਲੋਕ ਤਾਨਾ ਮਾਰਦੇ ਹੈ, 15 ਦਿਨ ਪਹਿਲਾਂ ਹੀ ਕਹਿ ਲੱਗ ਜਾਂਦੇ ਆ, ਉਹ ਤੁਸੀਂ ਗਏ ਨਹੀਂ, ਜਾਣਾ ਨਹੀਂ ਗਾ, ਤੁਹਾਡਾ ਦਿਨ ਨਹੀਂ ਆਇਆ ਅਜੇ। ਉਹ ਸਾਨੂੰ ਬੜਾ ਉਦੋਂ ਕਿ ਗੁੱਸਾ ਆਉਂਦਾ ਹੈ। ਮਹਾਰਾਜ ਹੱਸ ਕੇ ਕਹਿੰਦੇ ਵੀ ਦੇਖੋ, ਇੱਕ ਤਾਂ ਉਹ ਤੁਹਾਡਾ ਕੰਮ ਕਰਦੇ ਆ ਵੀ ਕਿਤੇ ਭੁੱਲ ਨਾ ਜਾਣ, ਤੁਹਾਡੇ ਦਿਨ ਯਾਦ ਦਿਲਾਉਂਦੇ ਹੈ, ਤੁਹਾਡਾ ਕੰਮ ਹੈ ਉਹਨਾਂ ਦਾ ਧੰਨਵਾਦ ਕਰੋ। ਫੇਰ ਹੈ ਕਿ ਉਹ ਤੁਹਾਡੇ ਕਰਮ ਚੁੱਕਦੇ ਹੈ, ਕਿਉਂਕਿ ਤੁਸੀਂ ਉੱਥੇ ਜਾਓਗੇ ਤਾਂ ਉੱਥੇ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਆਪਦੇ ਪੜੋਸੀ ਨਾਲ ਪਿਆਰ ਕਰੋ। ਬਈ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਬਈ ਨਿੰਦਿਆ ਕਰਨ ਵਾਲਾ ਉਹ ਆਪਦੇ ਛੋਟਾ ਹੋਣ ਦਾ ਸਮਾਨ ਬਣਾਉਂਦਾ ਹੈ। ਪਰ ਕਾ ਬੁਰਾ ਨਾ ਰਾਖੋ ਚੀਤ, ਉਹ ਸਭ ਨੂੰ ਪਰਮਾਤਮਾ ਦੇਣ ਵਾਲਾ ਹੈ। ਤੁਮਕੋ ਦੁੱਖ ਨਾ ਭਾਈ ਮੀਤ। ਤੋ ਸੰਗਤ ਦੇ ਵਿੱਚ ਆਉਣ ਨਾਲ ਹੀ ਸੋਝੀ ਹੁੰਦੀ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਮੈਨੂੰ ਸਤਸੰਗ ਦੇ ਵਿੱਚ ਜਾ ਕੇ ਸੋਝੀ ਆਈ ਕਿ ਕਿਸ ਤਰ੍ਹਾਂ ਉੱਪਰ ਦੱਸ ਕੇ ਆਏ ਹੈ ਕਿ ਅਸੀਂ ਬਟਾਊ ਦੀ ਤਰ੍ਹਾਂ ਇਸ ਦੁਨੀਆ ਵਿੱਚ ਆਏ ਹਾਂ, ਕਿਸ ਤਰ੍ਹਾਂ ਅਸੀਂ ਵਿਸ਼ੇ ਵਿਕਾਰਾਂ 'ਚ ਕਾਮ ਦੇ ਵਿੱਚ ਖਚਿਤ ਹੋ ਕੇ ਪ੍ਰਮਾਤਮਾ ਨੂੰ ਭੁੱਲੇ ਹਾਂ। ਕਦੇ ਇਸ ਸੰਸਾਰ ਦੇ ਵਿੱਚ ਆ ਕੇ ਅਸੀਂ ਬਚਪਨੇ 'ਚ ਮੌਤ ਦਾ ਸਾਹਮਣਾ ਕੀਤਾ,
ਕਦੇ ਅਸੀਂ ਜਵਾਨੀ 'ਚ, ਕਦੇ ਬੁਢਾਪੇ 'ਚ, ਪਤਾ ਨਹੀਂ, ਕੋਈ ਨਹੀਂ ਕਹਿ ਸਕਦਾ ਕਿੰਨੇ ਵਾਰੀ ਅਸੀਂ ਇਹਦੋਂ ਪਹਿਲਾਂ ਸੰਸਾਰ ਵਿੱਚ ਆਏ ਹਾਂ, ਕਿਹਦੇ ਬੱਚੇ ਬਣੇ ਹੈ, ਕਿਹਦੇ ਪਤੀ ਬਣੇ ਆ, ਕਿੰਨਾਂ ਦੀਆਂ ਪਤਨੀਆਂ ਬੜੀਆਂ ਹਨ। ਉਹ ਪਿਆਰਿਓ, ਜਦ ਸਾਡੇ ਪਿਛਲਾ ਯਾਦ ਨਹੀਂ, ਅੱਜ ਵਾਲੇ ਯਾਦ ਰਹਿਣਗੇ। ਇਹ ਸਾਰੇ ਆਰਜੀ ਰਿਸ਼ਤੇ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਮੈਨੂੰ ਜੋ ਸੋਝੀ ਮਿਲੀ ਹੈ ਪ੍ਰਮਾਤਮਾ ਦੀ ਭਗਤੀ ਦੀ, ਉਹ ਸਾਧੂ ਸੰਗਤ ਦੇ ਵਿੱਚ ਜਾ ਕੇ, ਗੁਰੂ ਦੀ ਸੰਗਤ ਵਿੱਚ ਮਿਲੀ ਹੈ ਜੀ। ਜਿਸ ਤੇ ਸੋਜੀ ਮਨ ਪਈ, ਮਿਲਿਆ ਪੁਰਖ ਸੋ ਜਾਨ। ਨਾਨਕ ਡੇਠਾ ਸਦਾ ਨਾਲ, ਹਰ ਅੰਤਰ ਯਾਮੀ ਜਾਣ। ਕਹਿਣ ਲੱਗੇ ਮੇਰੇ ਤੇ ਇਹ ਦਇਆ ਹੋਈ, ਗੁਰੂ ਰਾਮਦਾਸ ਦੀ, ਆਪਦੇ ਗੁਰੂ ਦੀ ਮਹਿਮਾ ਕਰਦੇ ਹੈ ਕਿ ਮੈਂ ਸਦਾ ਹੀ ਨਾਲ ਉਹਦੇ ਖੁੱਲੀਆਂ ਅੱਖਾਂ ਨਾਲ ਦਰਸ਼ਨ ਕਰਦਾ ਹੈ। ਉਹ ਗੁਰੂ ਮੇਰਾ ਅੰਤਰਜਾਮੀ, ਮੇਰੇ ਸਦਾ ਨਾਲ ਹੈ, ਉਹ ਮੇਰੇ ਦਿਲ ਦੀਆਂ ਜਾਣਦਾ ਹੈ। ਮਹਾਰਾਜ ਸਾਵਣ, ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਪਿਆਰਿਓ, ਉਹ ਪੁਰਸ਼ ਸਭ ਜਾਣਦਾ ਹੈ, ਪਰ ਸੇਵਕ ਦੇ ਜਦ ਤੱਕ ਮੂੰਹੋਂ ਨਾ ਸੁਣੇ, ਉਹ ਕਦੇ ਵੀ ਉਹਨੂੰ ਕੁਝ ਨਹੀਂ ਕਹੇਗਾ। ਜਿਹੜੀ ਉਹ ਗੱਲ ਖੁਦ ਕਰੇਗਾ ਉਸੇ ਦਾ ਹੀ ਜਵਾਬ ਦਿੰਦਾ ਹੈ। ਉਹ ਕਹਿੰਦੇ ਮੈਂ ਖੁਦ ਉਹਦੀ ਗੁਰੂ ਦੀ ਦਇਆ ਨਾਲ ਸਾਧ ਸੰਗਤ ਦੇ ਵਿੱਚ ਜਾ ਕੇ ਸੋਝੀ ਆਈ, ਉਹਨਾਂ ਨੇ ਨਾਮ ਦਿੱਤਾ। ਮੈਂ ਜਿਸ ਨੂੰ ਬਾਹਰ ਇਨਸਾਨ ਸਮਝਦਾ ਸੀਗਾ, ਉਹ ਅੰਤਰਜਾਮੀ ਗੁਰੂ ਮੇਰੇ ਸਦਾ ਨਾਲ ਹੈ। ਉਹ ਔਖ 'ਚ ਵੀ ਮਦਦ ਕਰਦਾ ਹੈ, ਹਰ ਟਾਈਮ ਸਹਾਰਾ ਦਿੰਦਾ ਹੈ। ਆਪ ਪਿਆਰ ਨਾਲ ਕਹਿੰਦੇ ਹਰ ਜੀਓ ਨਾਮ ਪੜਿਓ ਰਾਮਦਾਸ। ਮੈਂ ਉਹਨੂੰ ਕਿਸ ਤਰ੍ਹਾਂ ਬੰਦਾ ਕਵਾਂ? ਉਹ ਪ੍ਰਮਾਤਮਾ ਦਾ ਨਾਮ ਹੀ ਰਾਮਦਾਸ ਹੈ। ਬੁੱਲੇ ਨੇ ਵੀ ਕਿਹਾ ਸੀਗਾ ਕਿ ਮੌਲਾ ਆਦਮੀ ਬਣਾਇਆ, ਵਾਹ ਵਾਹ ਆਇਆ ਜਗ ਜਗਾਇਆ। ਉਹਨੇ ਕਿਸ ਤਰ੍ਹਾਂ ਸੁੱਤੀਆਂ ਆਤਮਾ ਨੂੰ ਆ ਕੇ ਜਗਾ ਦਿੱਤਾ ਹੈ। ਉਹ ਪ੍ਰਮਾਤਮਾ ਕਿਰਪਾਲ ਦੇ ਯਾਦ ਵਿੱਚ ਤੁਸੀਂ ਭਜਨ ਬੋਲਦੇ ਹੋ ਕਿ ਰੱਬ ਬੰਦਾ ਬਣ ਕੇ ਆਇਆ। ਉਹ ਸਾਡੇ ਸਤਿਗੁਰੂ ਵੀ ਪ੍ਰਮਾਤਮਾ ਕਿਰਪਾਲ ਬੰਦੇ ਦੇ ਰੂਪ ਵਿੱਚ ਆਏ, ਪਰ ਬੰਦਿਆਂ ਤੋਂ ਉੱਪਰ ਸਨ, ਦੇਖਣ 'ਚ ਬੰਦੇ ਸਨ। ਸੋ ਸਾਨੂੰ ਵੀ ਜੋ ਕੁਛ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਹੈ, ਇਹ ਤੇ ਅਮਲ ਕਰੀਏ। ਗੁਰੂ ਦੇ ਦਿੱਤੇ ਹੋਏ ਸ਼ਬਦ ਨੂੰ ਅਸੀਂ ਜਪੀਏ, ਸਾਧ ਸੰਗਤ ਦੇ ਨਾਲ ਪਿਆਰ ਕਰੀਏ। हाँ भाई। विनती और प्रार्थना। शब्द 8वां। राग बिलावल। चरणदास जी की बाणी। भाग पहला। पन्ना नंबर 44। तुम साहिब करतार हो, हम बंदे तेरे। रोम रोम गुनगार हैं, बख्शो हार मेरे। ਹੁਣ ਆਪ ਗੁਰੂ ਦੇ ਅੱਗੇ ਫਰਿਆਦ ਕਰਦੇ ਹੈ ਕਿ ਤੂੰ ਸਾਹਿਬ ਹੈ, ਅਸੀਂ ਤੇਰੇ ਬੰਦੇ ਹੈ, ਤੂੰ ਸਾਡਾ ਪ੍ਰਮਾਤਮਾ ਹੈ। ਅਗਰ ਜੇ ਤੂੰ ਸਾਡੇ ਗੁਨਾਹ ਦੇਖੇ ਤੇ ਅਸੀਂ ਬੇਨਤੀ ਕਰਨ ਦੇ ਵੀ ਕਾਬਿਲ ਨਹੀਂ ਗੇ। ਇਹੀ ਮਹਾਤਮਾ ਚਰਨਦਾਸ ਪਿਆਰ ਨਾਲ ਕਹਿ ਰਹੇ ਹੈ, ਤੂੰ ਸਾਹਿਬ ਕਰਤਾਰ ਹੈ, ਅਸੀਂ ਤੇਰੇ ਬੰਦੇ हैं, ਅਸੀਂ ਔਗਣ ਹਾਰੇ हैं, ਬੇਨਤੀ ਕਰਦੇ हैं, ਬਖਸ਼ ਦੇ ਜੀ। रोम रोम गुनगार हैं, बख्शो हार मेरे। ਇਹ ਨਹੀਂ ਇੱਕ ਔਗਣ ਹੈ, ਇੱਕ ਐਬ ਹੈ, ਕਿੰਨੇ ਸਰੀਰ ਦੇ ਰੋਮ ਹੈ, ਗਿਣਤੀ ਤੋਂ ਬਾਹਰ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਹਮ ਅਵਗੁਣ ਭਰੇ,
भट्टा ने आके गुरु अर्जन देव जी अगे बेनती करी सी, हम अवगुण भरे एक गुण नाही, अमृत छोड़ बिखे बिख खाई, माया मोह भरम पै भूले, सुतदारा से प्रीत लगाई। एक उत्तम पंथ सुनियो गुरु संगत, तह मिलंत जन्म त्रास मिटाई। एक बेनती दास भट्ट दी, गुरु रामदास राखो सरणाई। मैनू आपदे चरनां विच रख। ऊच अपार बेअंत स्वामी, कौन जाने गुण तेरे, गावते उधरे सुनते भी उधरे, बिनसे पाप कनेरे। पशु प्रेत मुग्ध को तारे, पहन पार उतारे। नानक दास तेरी सरनाई, सदा सदा बुरे हारे। मैं तेरी शरण विच आया है, कुर्बान जाना है। रोम रोम गुने गार हैं, बख्शो हार मेरे। दसों द्वारे मैल है, सब गंदम गंदा। उत्तम तेरो नाम है, बिसरै सो अंधा। ਹੁਣ ਗੁਰੂ ਚਰਨਦਾਸ ਜੀ ਮਹਾਰਾਜ ਕਹਿੰਦੇ ਹੈ ਕਿ ਅਸੀਂ ਸਰੀਰ ਨੂੰ ਪਾ ਕੇ ਕਿਵੇਂ ਇਹਨੂੰ ਅੱਛੇ ਅੱਛੇ ਸੁਗੰਧੀਆਂ ਵਾਲੇ ਤੇਲ ਲਾਉਂਦੇ ਹੈ, ਇਹਦੇ ਵਿੱਚ ਬਹਿ ਕੇ ਦੂਜੇ ਨੂੰ ਅਸੀਂ ਪਸੰਦ ਹੀ ਨਹੀਂ ਕਰਦੇਗੇ ਕਿ ਮੈਂ ਸੋਹਣਾ ਹੈ। तो आप प्यार ना कहते थैला है गंदगी, दुर्गंधी स्थान। तुसी योग विशेष नूं पढ़ के देख लो, रामचंद्र नूं योग विशेष दे अंदर यही उन्हां दे गुरु ने सिक्ख्या दित्ती सी कि देख बई बेटा, ये जिहड़ा शरीर है गंद थैले तो वध नहीं गा। ये सारे द्वार मैल दे भरे हुए है। किवें अखां चों मैल आउंदी है, ਕੰਨਾਂ ਚੋਂ मैल आउंदी है, नक चों मैल आउंदी है, मूँह ਦੇ ਵਿੱਚੋਂ ਬਲਗਮ ਆਉਂਦੀ ਹੈ, ਹੇਠਲੇ ਇੰਦਰੀਆਂ ਦੇ ਵਿੱਚੋਂ ਗੰਦ ਹੀ ਗੰਦ ਆਉਂਦਾ ਹੈ। ਇਹਦੇ ਵਿੱਚ ਕਿਹੜੀ ਚੀਜ਼ ਉੱਤਮ ਹੈ ਬਈ? ਦੁਰਗੰਧੀ ਦਾ ਸਥਾਨ ਹੈ, ਜਿਹਨੂੰ ਪਾ ਕੇ ਅਸੀਂ ਫੁੱਲੇ ਨਹੀਂ ਸਮਾਉਂਦੇ, ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਤੋ ਗੁਰੂ ਚਰਨਦਾਸ ਕਹਿੰਦੇ ਉੱਤਮ ਤੇਰਾ ਨਾਮ ਹੈ। ਇਹ ਸਰੀਰ ਦੇ ਵਿੱਚ ਅਗਰ ਕੋਈ ਵਡਿਆਈ ਹੈ, ਉਹ ਹੈ ਜੇ ਨਾਮ ਮਿਲ ਗਿਆ ਭਾਗਾ ਨਾ, ਉੱਚੇ ਭਾਗ ਹੋਣ, ਗੁਰੂ ਨਾਲ ਮਿਲਣ ਦੀ ਤੜਫ ਹੋਏ, ਉਦੋਂ ਉੱਚੇ ਭਾਗ ਹੁੰਦੇ ਹੈ। ਤੋ ਪਿਆਰਿਓ, ਸਾਡੇ ਆਤਮਾ ਦੇ ਅੰਦਰ ਨਾਮ ਦੀ ਪਿਆਸ ਲੱਗਦੀ ਹੈ, ਉਦੋਂ ਉੱਚੇ ਭਾਗ ਹੁੰਦੇ, ਅਸੀਂ ਨਾਮ ਜਪਣ ਲੱਗਦੇ ਹਾਂ। ਬਸ ਇਹਦੇ ਵਿੱਚ ਚੰਗੀ ਚੀਜ਼ ਇੱਕ ਨਾਮ ਹੈ ਜੀ। उत्तम तेरो नाम है, बिसरै सो अंधा। ਕਹਿੰਦੇ ਮਤ ਉਹਨੂੰ ਜਾਣੋ ਤੁਸੀਂ ਵੀ ਉਹ ਦੁਨੀਆ 'ਚ ਦਿਖਦਾ ਹੈ, ਬਾਹਰ ਦਿਸਦਾ ਚਾਨਣਾ, ਗੁਰ ਅੰਧਿਆਰੀ ਰਾਤ। ਉਹ ਕਹਿੰਦੇ ਬਾਹਰ ਚਾਨਣਾ ਦਿਸਦਾ ਹੈ, ਦਿਲ ਅੰਧਿਆਰੀ ਰਾਤ। ਉਹਨਾਂ ਦਾ ਦਿਲ ਹੈ ਜਿਹੜਾ ਅੰਧੇਰੇ 'ਚ ਆਉਂਦੇ ਆ, ਅੰਧੇਰੇ 'ਚ ਜਾਂਦੇ ਹੈ। ਉਹ ਅੰਧਾ ਹੈ ਜਿਹੜਾ ਨਾਮ ਨੂੰ ਭੁਲਾਈ ਬੈਠਾ ਹੈ ਜੀ। उत्तम तेरो नाम है, बिसरै सो अंधा। गुण तज के अवगुण कियो, तुम सब पहचानो। तुम सु कहाँ छिपाइए, हर कट की जानो। गुरु चरण दे दास जी महाराज बड़े प्यार नाल कहते हैं, ਜਿਹੜਾ ਤੈਂ ਸਾਨੂੰ ਗੁਣ ਕੀਤਾ, ਜੰਮਣ ਮਰਨ ਤੋਂ ਬਚਾਇਆ, ਸੰਜੀਵਨੀ ਬੂਟੀ ਆਪਦਾ ਨਾਮ ਦਿੱਤਾ ਹੈ, ਪਰ ਅਸੀਂ ਤੇਰੇ ਨਾਮ ਨੂੰ ਪਾ ਕੇ ਵੀ ਵਿਛੇ ਬਖਾਰਾਂ ਤੋਂ ਮਨ ਨਾ ਮੋੜਿਆ, ਚੁਗਲੀ ਨਿੰਦਿਆ ਤੋਂ ਹਟੇ ਨਾ, ਮੈਂ ਮੇਰੀ ਤੋਂ ਹਟੇ ਨਾ, ਕਦੇ ਵੀ ਸੇਵਾ ਦੀ ਤਰਫ, ਤੇਰੇ ਨਾਮ ਦੀ ਤਰਫ ਖਿਆਲ ਨਹੀਂ ਕੀਤਾਗਾ।
ਅਸੀਂ ਔਗਣ ਕੀਤੇ, ਗੁਣ ਨੂੰ ਤਜ ਦਿੱਤਾ, ਤੇਰੇ ਗੁਣ ਨੂੰ ਭੁਲਾ ਦਿੱਤਾ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਤੁਮ ਸੋ ਕਹਾਂ ਛਿਪਾਈਏ ਹਰ ਘਟ ਕੀ ਜਾਣੋ। ਹੇ ਸਤਿਗੁਰੂ, ਤੈਨੂੰ ਤੈਥੋਂ ਕੀ ਛੁਪਾਈਏ, ਤੂੰ ਤਾਂ ਘਟ ਦੇ ਵਿੱਚ ਹੈ, ਪਹਿਲਾਂ ਜਾਣਦਾ ਹੈ, ਬਿਨ ਬੋਲਿਆ ਸਭ ਕੁਝ ਜਾਣਦਾ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਬਹੁਤ ਸਾਰੇ ਪ੍ਰੇਮੀ ਆਉਂਦੇ ਹੈ, ਥੋੜੇ ਜਿਹੇ ਜਿਹੜੇ ਇਕਾਗਰ ਹੁੰਦੇ ਹੈ ਉਹ ਕੋਲੇ ਆ ਕੇ ਭੁੱਲ ਜਾਂਦੇ ਹੈ। ਮੈਨੂੰ ਬਹੁਤ ਸਾਰੇ ਅੰਗਰੇਜ਼ ਜਾਂ ਦਰਸ਼ਨਾਂ ਚ ਆਉਂਦੇ ਹੈ, ਕਈ ਤਾਂ ਕਹਿੰਦੇ ਜੀ ਮੈਂ ਲਿਖ ਕੇ ਲਿਆਇਆ ਤੇ ਮੈਂ ਭੁੱਲ ਜਾਣਾ ਹੈ ਜੋ ਤੁਹਾਡੇ ਸਾਹਮਣੇ ਆਉਣਾ ਹੈ। ਕਈ ਲਿਖਣਾ ਭੁੱਲ ਜਾਂਦੇ ਹੈ ਵੀ ਚਲੋ ਜਾ ਕੇ ਬਾਤ ਕਰਾਂਗੇ, ਜਦੋਂ ਕੋਲੇ ਆ ਕੇ ਬੈਠਦੇ ਆ ਕਿ ਜੀ ਸਵਾਲ ਤਾਂ ਬੜੇ ਸੀ ਜਦੋਂ ਅਮਰੀਕਾ ਤੋਂ ਚੱਲੇ ਸੀਗੇ, ਪਰ ਆ ਪੌੜੀਆਂ ਚੜ੍ਹਦਾ ਭੁੱਲ ਗਏ। ਥੋੜਾ ਜਿਹਾ ਵੀ ਇੱਥੇ ਇਕਾਗਰ ਹੁੰਨੇ ਆ ਤਾਂ ਪਤਾ ਲੱਗਦਾ ਹੈ ਕੀ ਤੁਸੀਂ ਕਰੋਗੇ ਉਹਦੇ ਕੋਲ ਗੱਲ, ਜਿਹੜਾ ਤੁਹਾਡੇ ਦਿਲ ਦੀ ਜਾਣਦਾ ਹੈ। ਹਾਂ, ਤੁਹਾਡਾ ਮਨ ਰੱਖਣ ਦੀ ਖਾਤਰ ਤੁਹਾਨੂੰ ਵਡਿਆਈ ਜ਼ਰੂਰ ਦੇਵੇਗਾ, ਬੜਾ ਸਿਆਣਾ ਹੈ ਤੂੰ, ਬੜਾ ਚੰਗਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਤੁਮ ਸੋ ਕਹਾਂ ਛਿਪਾਈ ਹਰ ਘਟ। ਤੈਥੋਂ ਕੀ ਛੁਪਾਵਾਂ ਮੈਂ ਉਹ ਕਹਾਣੀ ਦੱਸਦਾ ਹੁੰਦਾ ਕਿ ਇੱਕ ਮਹਾਤਮਾ ਦੇ ਦੋ ਚੇਲੇ ਸਨ। ਉਹਨਾਂ ਨੇ ਸੋਚਿਆ ਵੀ ਇਹ ਪਿੱਛੇ ਝਗੜਨਗੇ ਵੀ ਮੈਂ ਵਾਰਸ ਬਣਨਾ ਹੈ, ਕਿਉਂਕਿ ਆਮ ਤੌਰ ਦੇ ਉੱਤੇ ਅਸੀਂ ਲੋਕ ਕੀ ਕਰਦੇ ਹਾਂ ਬਈ ਭਜਨ ਨੂੰ ਛੱਡ ਦਿੰਦੇ ਹੈ ਤੋ ਸਾਧੂਆਂ ਦੀ ਜਾਇਦਾਦ ਨੂੰ ਤਕਾਉਂਦੇ ਹੈ। ਮੈਂ ਆਪਣੀ ਹਾੜੀ ਅਫਸਰ ਆਇਆ, ਮੈਂ ਪਿਆਰ ਨਾਲ ਉਹਨੂੰ ਖਾਣਾ ਖਿਲਾਇਆ, ਉਹਨੂੰ ਖਾਣਾ ਖਾਂਦਿਆਂ ਪਤਾ ਲੱਗਿਆ ਵੀ ਇਹ ਸ਼ਾਦੀशुदा ਨਹੀਂ, ਇਹਦੇ ਕੋਈ ਬੱਚਾ ਨਹੀਂ ਗਾ। ਤੋ ਖਾਣਾ ਖਾ ਕੇ ਹੱਥ ਧੋ ਕੇ ਮੈਨੂੰ ਆਦਾ ਜੀ ਤੁਹਾਡਾ ਮਕਾਨ ਤਾਂ ਤਕੜਾ ਹੈ, ਜਾਇਦਾਦ ਵੀ ਵਾਹਵਾ ਹੈ, ਇਹ ਫਿਰ ਦਿਓਗੇ ਕਿਹਨੂੰ? ਉਦੋਂ ਮੇਰੇ ਕੋਲੇ ਹਰਬੰਸ ਔਰ ਸਾਡੇ ਭਗਤ ਹੁੰਦੇ ਸੀਗੇ। ਹਾਲਾਂਕਿ ਇਹਨਾਂ ਵਿਚਾਰਿਆਂ ਨੇ ਖਾਣਾ ਬਣਾਇਆ ਖਵਾਇਆ, ਪਰ ਉਹਦਾ ਸਵਾਲ ਇਹ ਵੀ ਇਹ ਹੁਣ ਦਿਓਗੇ ਕਿਹਨੂੰ? ਮੈਂ ਕਿਹਾ ਤੁਹਾਡੀ ਕੀ ਜਾਤੀ ਹੈ? ਉਹ ਦਿੱਲੀ ਦੇ ਰਹਿਣ ਵਾਲਾ ਪੰਡਤ ਸੀਗਾ। ਮੈਂ ਉਹਨੂੰ ਆਪਦੇ ਪਿਤਾ ਦੀ ਗੱਲ ਦੱਸੀ। ਮੈਂ ਕਿਹਾ ਮੇਰਾ ਪਿਤਾ ਜਿਹੜਾ ਸੀ ਨਾ, ਉਹ ਪੰਡਤਾਂ ਨੂੰ ਖਾਣਾ ਖਵਾ ਕੇ ਬੜਾ ਖੁਸ਼ ਹੁੰਦਾ ਸੀਗਾ ਤੇ ਪਿੱਛੋਂ ਦੰਦ ਘਸਾਈ ਦਿੰਦਾ ਹੁੰਦਾ ਸੀਗਾ, ਤੇ ਹੁਣ ਤੁਹਾਥੋਂ ਚੰਗਾ ਹੋਰ ਕਿਹੜਾ ਥਿਆਏਗਾ? ਤੇ ਤੁਹਾਨੂੰ ਬਸ ਤੁਸੀਂ ਬੋਲ ਪਏ, ਮੈਂ ਤੁਹਾਨੂੰ ਹੀ ਅਰਪਣ ਵਾਲਾ ਹਾਂ। ਤੋ ਕੰਨ ਫੜ ਲਏ, ਕਿਉਂਕਿ ਮੈਂ ਬੜੇ ਮਿੱਠੇ ਲਹਿਜੇ 'ਚ ਕਿਹਾ ਸੀ। ਮੈਨੂੰ ਆਦਾ ਮੈਂ ਫੇਰ ਕਦੇ ਸਵਾਲ ਨਹੀਂ ਇਹੋ ਜਿਹਾ ਕਰੂੰਗਾ ਖਾਣਾ ਖਾ ਕੇ। ਹੁਣ ਪਿਆਰਿਓ, ਤੁਸੀਂ ਸੋਚ ਕੇ ਦੇਖ ਲਓ, ਇਹੋ ਜਿਹੇ ਆਦਮੀ ਗੁਰੂ ਨੂੰ ਕੀ ਸਮਝਣਗੇ? ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਆਸ਼ਕ ਮੰਗਦਾ ਹੈ ਕਿ ਦੀਦਾਰ ਤੇਰਾ। ਜਿਹੜਾ ਉਹਦਾ ਆਸ਼ਿਕ ਹੈ ਉਹ ਤਾਂ ਉਹਨੂੰ ਉਸੇ ਨੂੰ ਹੀ ਮੰਗੇਗਾ। ਤੋ ਉਸ ਮਹਾਤਮਾ ਨੇ ਦੋ ਨੂੰ ਜਾਨਵਰ ਦਿੱਤੇ ਵੀ ਇਹਨੂੰ ਉੱਥੇ ਕਤਲ ਕਰਕੇ ਲਿਆਉਣਾ ਹੈ ਜਿੱਥੇ ਕੋਈ ਨਾ ਦੇਖੇ। ਇੱਕ ਨੇ ਤਾਂ ਕਦੇ ਭਜਨ ਸਿਮਰਨ ਨਹੀਂ ਕੀਤਾ ਸੀਗਾ, ਉਹ ਤਾਂ ਥੋੜਾ ਜਿਹਾ ਪਾਸੇ ਹੋਇਆ ਤੇ ਗਲਾ ਮਰੋੜ ਕੇ ਲਿਆ ਕੇ ਰੱਖਤਾ। 2 ਮਿੰਟ ਹੈ, ਲਓ ਜੀ, ਕਿਸੇ ਨੇ ਨਹੀਂ ਦੇਖਿਆ। ਜਿਹੜਾ ਦੂਸਰਾ ਸੀ ਉਹ ਕਮਾਈ ਵਾਲਾ ਸੀਗਾ, ਉਹ ਉਹਦੇ ਰਾਜ ਦਾ ਵਾਕਫ ਸੀਗਾ। ਉਹਨੇ ਆਪਦੀਆਂ ਅੱਖਾਂ ਵੀ ਬੰਦ ਕਰਕੇ ਦੇਖੀਆਂ, ਗੁਫਾ 'ਚ ਲਿਜਾ ਕੇ ਵੀ ਦੇਖਿਆ, ਅੰਧੇਰੇ 'ਚ ਵੀ ਦੇਖਿਆ, ਜਾਨਵਰ ਦੀਆਂ ਅੱਖਾਂ ਵੀ ਵਧੀਆਂ ਵੀ ਇਹ ਵੀ ਨਾ ਮੇਰੀ ਤਰਫ ਜਾਵੇ। ਪਰ ਉਹ ਪ੍ਰਮਾਤਮਾ ਦੀਆਂ ਅੱਖਾਂ ਕੌਣ ਬੰਨੇਗਾ ਬਈ? ਕਈ ਦਿਨਾਂ ਬਾਅਦ ਆਪਦੀ ਕੋਸ਼ਿਸ਼ ਕਰਕੇ ਉਹ ਮਹਾਤਮਾ ਦੇ ਕੋਲੇ ਲਿਆ ਕੇ ਜਾਨਵਰ ਫੜਾਤਾ। ਕਹਿੰਦਾ ਜੀ ਕੋਈ ਜਗ੍ਹਾ ਐਸੀ ਨਹੀਂ ਕਿ ਜਿੱਥੇ ਤੁਸੀਂ ਨਹੀਂ ਵੇਂਦੇ ਸੀਗੇ, ਤੁਸੀਂ ਤਾਂ ਘਟ ਘਟ ਦੀਆਂ ਜਾਣਨ ਵਾਲੇ ਹੋ। ਤੋ ਮਹਾਤਮਾ ਨੇ ਉਸ ਨੂੰ ਛਾਤੀ ਨਾਲ ਲਾ ਕੇ ਭਰਪੂਰ ਕਰ ਦਿੱਤਾ। ਇਹੀ ਚਰਨਦਾਸ ਜੀ ਕਹਿ ਰਹੇ ਆ ਕਿ ਤੈਥੋਂ ਕੀ ਛੁਪਾਈਏ, ਤੂੰ ਤਾਂ ਅੰਤਰਜਾਮੀ ਹੈ।
जी। तुम सो कहाँ छिपाइए हर कट की जानो। रहम करो रहमान सू ये दास तिहारो। भगत पदार्थ दीजिए आवागमन निवारो। हे गुरुदेव जी, तू रहमान है, रहम करने वाला। कोई ऐसा टाइम नहीं जिस टाइम तेरे दिल विच रहम निगा जीवां वास्ते। तू सदा ही रहम करदा है। ਇਹ ਤਾਂ ਅਸੀਂ ਭੁੱਲੜ ਆ ਜਿਹੜੇ ਤੇਰੇ ਰਹਿਮ ਨੂੰ ਵੀ ਨਹੀਂ ਅਸੀਂ ਲੈ ਸਕਦੇਗੇ। ਉਹ ਪਿਆਰਿਓ, ਰਹਿਮ ਲੈਣ ਵਾਸਤੇ ਵੀ ਸਾਨੂੰ ਬਰਤਨ ਬਣਾਉਣ ਦੀ ਲੋੜ ਹੈ। ਬਰਤਨ ਹੋਏਗਾ ਤਾਂ ਦਇਆ ਟਿਕੇਗੀ, ਰਹਿਮ ਟਿਕੇਗਾ। ਇਸ ਵਾਸਤੇ ਆਪ ਕਹੇ ਰਹਿਮ ਕਰੋ ਰਹਿਮਾਨ। ਮੈਂ ਤੇਰੇ ਦੁਆਰੇ ਤੇ ਆ ਗਿਆ ਹੈ, ਤੂੰ ਮੇਰਾ ਆਵਾਗੌਣ ਕਿ ਜੰਮਣ ਮਰਨਾ ਜਿਹੜਾ ਉਹ ਮਿਟਾ ਦੇ। ਜੀ। भगत पदार्थ दीजिए आवागमन निवारो। गुरु सुखदेव उभार लो अब मेहर करीजै। चरण ही दास गरीब को अपना कार लीजै। ਹੁਣ ਆਪਦੇ ਗੁਰੂਦੇਵ ਸੁਖਦੇਵ ਦੇ ਅੱਗੇ ਬੇਨਤੀ ਕਰਦੇ ਹੈ ਕਿ ਜੇ ਹੁਣ ਮੈਂ ਕਾਲ ਦੇ ਹੱਥ ਵਿਕ ਗਿਆ, ਫਿਰ ਲੋਕ ਕੀ ਕਹਿਣਗੇ ਕਿ ਇਹ ਸੁਖਦੇਵ ਦਾ ਚੇਲਾ ਸੀ। ਮੈਂ ਗਰੀਬ ਹੈ, ਤੇਰੇ ਦਰ ਤੇ ਆਇਆ ਹੋਇਆ ਹੈ। ਉਹ ਪਿਆਰਿਓ, ਜੋ ਵੀ ਅੰਦਰ ਗਿਆ ਹੈ, ਜਿਹਨੇ ਵੀ ਗੁਰੂ ਨੂੰ ਪ੍ਰਗਟ ਕੀਤਾ ਹੈ, ਉਹਨੇ ਕਦੇ ਆਪਦੇ ਆਪ ਨੂੰ ਬਾਦਸ਼ਾਹ ਨਹੀਂ ਕਿਹਾ। ਉਹ ਆਪਦੇ ਆਪ ਨੂੰ ਗਰੀਬ, ਕਿਉਂਕਿ ਸਭ ਵਸਤੂ ਦਾ ਮਾਲਕ ਕੌਣ ਹੈ ਬਈ? ਉਹ ਸ਼ਬਦ ਰੂਪ ਗੁਰੂ ਹੈ। ਨਾਮਦੇਵ ਨੇ ਆਪਦੇ ਸ਼ਬਦ ਵਿੱਚ ਲਿਖਿਆ ਹੈ ਕਿ ਜੇ ਮੈਂ ਫੁੱਲ ਤੇਰੇ ਉੱਤੋਂ ਚੜਾਉਣਾ ਹੈ ਤੇ ਵਾਸ਼ਨਾ ਪਹਿਲਾ ਭੌਰ ਨੇ ਲੈ ਲਈ ਹੈ। ਉਹ ਝੂਠਾ ਹੋ ਗਿਆ, ਤੇਰੇ ਚੜਾਉਣ ਦੇ ਕਾਬਿਲ ਨਹੀਂ ਰਿਹਾ। ਜੇ ਮੈਂ ਤੈਨੂੰ ਦੁੱਧ ਪਿਲਾਵਾਂ ਤੇ ਪਹਿਲਾਂ ਵੱਛੇ ਨੇ ਉਸ ਨੂੰ ਮੂੰਹ ਲਾ ਦਿੱਤਾ ਹੈ, ਉਹ ਵੀ ਤੇਰੇ ਕਾਬਿਲ ਨਹੀਂ ਗਾ। ਤੇ ਇਸ ਵਾਸਤੇ ਕੀ ਹੈ? ਤਨ ਮਨ ਅਰਪੋਂ ਪੂਜ ਚੜਾਵੋ। ਮੈਂ ਤਨ ਅਰਪਤਾ ਮਨ ਅਰਪਤਾ ਪੂਜ ਚੜਾਵੋ। ਗੁਰ ਪ੍ਰਸਾਦ ਨਿਰਅੰਜਨ, ਉਹ ਮਾਇਆ ਤੋਂ ਰਹਿਤ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਪਾਇਆ ਹੈ। ਇਸੇ ਵਾਸਤੇ ਉਹ ਕਹਿਣ ਲੱਗੇ, ਹੇ ਗੁਰੂ ਸੁਖਦੇਵ, ਮੈਂ ਗਰੀਬ ਚਰਨਦਾਸ ਤੇਰੇ ਚਰਨਾਂ ਤੇ ਆਇਆ ਹੋਇਆ ਹੈ, ਤੂੰ ਮੈਨੂੰ ਆਪਣਾ ਰੱਖ ਲੈ, ਉਭਾਰ ਲੈ। ਕੈਨੇਡਾ ਤੋਂ ਇੱਕ ਡਾਕਟਰ ਸੀ, ਇੱਥੇ 16 PS ਦੇ ਵਿੱਚ ਹੀ ਸ਼ਬਦ ਬੋਲ ਰਹੇ ਸੀਗੇ, ਕਿਉਂਕਿ ਉਹਨਾਂ ਦੇ ਵਿੱਚ ਇੱਕ ਦਿਨ ਭਜਨ ਬੋਲਦੇ ਹੈ, ਇੱਕ ਦਿਨ ਸਵਾਲ ਜਵਾਬ ਹੈ, ਤਾਂ ਇੱਕ ਦਿਨ ਉਹਨਾਂ ਨੂੰ ਸਤਸੰਗ ਸੁਣਾਇਆ ਜਾਂਦਾ ਹੈ। ਸਵਾਲ ਜਵਾਬ ਵਾਲੇ ਦਿਨ ਡਾਕਟਰ ਮੈਨੂੰ ਕਹਿਣ ਲੱਗਿਆ ਕਿ ਤੂੰ ਆਪਣੇ ਆਪ ਨੂੰ ਕਿਤੇ ਅੱਧੀ ਕੌਡੀ ਦਾ ਲਿਖਦਾ ਹੈ, ਕਿਤੇ ਗਰੀਬ, ਕਿਤੇ ਇਦੋਂ ਵੀ ਛੋਟਾ ਲਿਖਦਾ ਹੈ। ਕਿ ਅਸੀਂ ਇਹ ਸਮਝ ਗਏ ਵੀ ਤੂੰ ਵਾਕਿਆ ਹੀ ਇਹ ਕੁਛ ਜੋ ਕਹਿਣਾ ਹੈ, ਜਦ ਅੰਦਰ ਜਾਂਦੇ ਅਸੀਂ ਕੁਛ ਹੋਰ ਦੇਖਦੇ ਹਾਂ। ਮੈਂ ਹੱਸ ਪਿਆ। ਮੈਂ ਕਿਹਾ ਵੀ ਆਪੋ ਆਪਣੀ ਡਿਊਟੀ ਹੈ। ਜੋ ਮੇਰੀ ਡਿਊਟੀ ਉਹ ਮੈਂ ਵਜਾਈ ਜਾਂਦਾ, ਜੋ ਤੁਹਾਡੀ ਉਹ ਤੁਸੀਂ ਵਜਾ ਲਓ। ਪਰ ਜਿਸ ਦੇ ਮੈਂ ਲੜ ਲੱਗਿਆ ਹੈ ਉਹ ਸ਼ਹਿਨਸ਼ਾਹ ਹੈ, ਮੈਂ ਉਹਦੇ ਦਰ ਦਾ ਕੂਕਰ ਹਾਂ।
सब संतां ने किया, कबीर ने भी क्या कबीर को कहो राम को मोतिया मेरा नाम, गले हमारे जेवरी जै खिचे ते जाऊं। मैं ਉਹਦਾ कुत्ता है, मेरे गल विच ਉਹਨੇ जेवरी पाई हुई है प्यार दी, जिधर ਨੂੰ खिचे उधर ਨੂੰ मैं जाना है। प्यार दी डोरी जिहड़ी है कदे टुटिया है? दुनिया दीयां कच्चियां डोरियां है, प्यार दी डोरी पक्की है। गुरु साहब कहंदे तोड़ी ना टूटे छोड़ी ना छूटे, ऐसी माधो खिच तनी। सो जो भी अंदर जाता है वो गरीब बन के वो शहनशाह गुरु दे अगे खड़ जाता है। सो सानू भी चाहिए है जो कोई चरणदास जी ने, गुरु अर्जन देव जी महाराज ने ये छोटे ਜਿਹੇ शब्द भी सानू दसिया है, असी आपका जीवन सफल बनाइए, शब्द नाम की कमाई करिए। जो स्वास परमात्मा ने दिते है इन्हां नूं असी कौड़ियां दे पा खराब ना करिए, अंत वेले पछताउण दा कुछ नहीं बनदा हुंदा गा। ये पहला चेतो।